हेलो एंड वेलकम सत श्री अकाल जी। मैं हाँ हरजोत कौर तुहाडा सारिਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਸੋ ਅੱਜ ਆਪਾਂ ਸ਼ੋ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਆਪਾਂ ਕੈਨੇਡਾ ਔਰ ਆਸਟ੍ਰੇਲੀਆ ਬਾਰੇ ਇਹ ਸਾਰੀਆਂ ਅਪਡੇਟ ਸਾਂਝੇ ਕਰਨੇ ਨੇ ਕਿਉਂਕਿ ਰਿਫਿਊਜ਼ਲਸ ਨੂੰ ਲੈ ਕੇ ਸਕਸੈਸ ਰੇਟ ਨੂੰ ਲੈ ਕੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ। ਸੋ ਅੱਜ ਤੁਸੀਂ ਇਹ ਸ਼ੋ ਪੂਰਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਵੇਖਣਾ ਤੇ ਸੁਣਨਾ ਤਾਂ ਕਿ ਤੁਹਾਡੇ ਸਾਰੇ ਡਾਊਟ ਜੋ ਹੈ ਜ਼ਰੂਰ ਕਲੀਅਰ ਹੋ ਜਾਣ। ਤੇ ਅੱਜ ਦੀ ਡਿਸਕਸ਼ਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਜੀ ਹੈਡਕੁਆਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਵੀਜ਼ਾ ਐਕਸਪਰਟ ਮਿਸਟਰ ਸ਼ੈਵੀ ਟਵਾਣਾ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਕੈਨੇਡਾ ਤੋਂ ਹੀ ਸ਼ੁਰੂਆਤ ਕਰਦੇ ਹਾਂ। ਬਹੁਤ ਸਾਰੇ ਸਵਾਲ ਸਟੂਡੈਂਟਸ ਨੇ, ਸਟੂਡੈਂਟ ਡਰੇ ਹੋਏ ਨੇ, ਮਨ ਦੇ ਵਿੱਚ ਕਈ ਸਵਾਲ ਨੇ, ਚਾਹੇ ਫਰੈਸ਼ ਪ੍ਰੋਫਾਈਲਸ ਨੇ, ਚਾਹੇ ਰਿਫਿਊਜ਼ਲ ਆ ਚੁੱਕੀਆਂ। ਇੱਕੋ ਇੱਕ ਜੋ ਮੇਨ ਸਵਾਲ ਪਹਿਲਾਂ ਤਾਂ ਇਹ ਹੈ ਕਿ ਕੀ ਕੈਨੇਡਾ ਨੇ ਵੀਜ਼ਾ ਦੇਣੇ ਬੰਦ ਤਾਂ ਨਹੀਂ ਕਰ ਦਿੱਤੇ ਨੇ, ਕੀ ਉੱਥੇ ਐਡਮਿਸ਼ਨਸ ਹੋਣੀਆਂ ਬੰਦ ਤਾਂ ਨਹੀਂ ਹੋ ਗਈਆਂ ਜੀ, ਕੀ ਸਾਨੂੰ ਕਿਤੇ ਹੋਰ ਅਪਲਾਈ ਕਰ ਲੈਣਾ ਚਾਹੀਦਾ। ਸੋ ਇਹਨਾਂ ਸਾਰੀ ਕਨਫਿਊਜ਼ਨਸ ਦਾ ਕੀ ਜਵਾਬ ਦਿਓਗੇ? ਦੇਖੋ, ਕੈਨੇਡਾ ਕਦੇ ਵੀ ਬੰਦ ਨਹੀਂ ਹੋ ਸਕਦਾ। ਜੇ ਕਦੇ ਬੰਦ ਵੀ ਹੋਊਗਾ ਤਾਂ ਫਿਲਹਾਲ ਆਪਾਂ ਨੂੰ 6 ਮਹੀਨੇ ਸਾਲ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਊਗਾ ਕਿਉਂਕਿ ਕੈਨੇਡਾ ਦੇ ਵਿੱਚ ਸਾਲ ਦੀ ਸਟਾਰਟਿੰਗ ਤੋਂ ਲੈ ਕੇ ਸਾਲ ਦੇ ਐਂਡ ਤੱਕ ਇਨਟੇਕ ਹੁੰਦੇ ਨੇ। ਜਦੋਂ ਵੀ ਉਹਨਾਂ ਨੇ ਕੋਈ ਵੀ ਇਨਟੇਕ ਬੰਦ ਕਰਨਾ ਉਹ ਨੋਟੀਫਿਕੇਸ਼ਨ ਦੇਣਗੇ ਹਰ ਇਨਟੇਕ ਤੋਂ 6 ਮਹੀਨੇ ਪਹਿਲਾਂ। ਮੰਨ ਲਓ ਅੱਜ ਜਨਵਰੀ ਇਨਟੇਕ ਦੇ ਵਿੱਚ ਵੀਜ਼ੇ ਆਣੇ ਸ਼ੁਰੂ ਹੋਣਗੇ, ਫਾਈਲਾਂ ਲੱਗਣੀਆਂ ਸ਼ੁਰੂ ਹੋਣਗੀਆਂ, ਮਈ ਦੇ ਵਿੱਚ ਐਡਮਿਸ਼ਨਾਂ ਸ਼ੁਰੂ ਹੋ ਗਈਆਂ ਨੇ ਕਿ ਮਈ ਦੀ ਫਾਈਲਾਂ ਲੱਗਣੀਆਂ ਨੇ, ਅੱਗੇ ਸਤੰਬਰ ਦੀਆਂ ਫਾਈਲਾਂ ਲੱਗਣੀਆਂ ਨੇ। ਕੈਨੇਡਾ ਦੇ ਵਿਨੀਪੈਗ ਮੈਨੀਟੋਬਾ ਪ੍ਰੋਵਿੰਸ ਦੇ ਵਿੱਚ ਅੱਜ ਵੀ ਸਤੰਬਰ ਇਨਟੇਕ ਓਪਨ ਆ, ਐਡਮਿਸ਼ਨ ਮਿਲਦੀ ਪਈ ਆ 2023 ਦੀ। ਦੇਖੋ, 1 ਸਾਲ ਪਹਿਲਾਂ ਉੱਥੇ ਐਡਵਾਂਸ ਚੱਲਦਾ ਉਹ ਸਾਲ, ਸੋ ਉੱਥੇ ਅੱਜ ਵੀ 2023 ਦਾ ਸਤੰਬਰ ਇਨਟੇਕ ਓਪਨ ਆ। ਕਿਉਂ ਓਪਨ ਆ? ਜੇ ਕੈਨੇਡਾ ਓਪਨ ਆ ਤਾਂ ਹੀ ਓਪਨ ਕੀਤਾ। ਜਦੋਂ ਕੈਨੇਡਾ ਓਪਨ ਨਹੀਂ ਹੋਣਾ ਸੀਗਾ ਜਾਂ ਉਹਨਾਂ ਨੇ ਬੰਦ ਕਰਨਾ ਸੀ ਜਾਂ ਵੀਜ਼ੇ ਦੇਣੇ ਬੰਦ ਕਰਨੇ ਸੀਗੇ, ਸੋ ਉਹਨਾਂ ਨੇ ਮੈਨੀਟੋਬਾ ਦਾ ਸਤੰਬਰ ਇਨਟੇਕ ਕਲੋਜ਼ ਸ਼ੋ ਕਰਨਾ ਸੀਗਾ। ਮਈ ਇਨਟੇਕ ਅੰਟਾਰੀਓ ਓਪਨ ਆ, BC 'ਚ ਓਪਨ ਆ, ਕਈ ਥਾਵਾਂ ਤੇ ਅੱਜ ਮਈ ਇਨਟੇਕ ਵੀ ਓਪਨ ਹੋਇਆ ਪਿਆ, ਕਈ ਥਾਵਾਂ ਤੇ ਸਤੰਬਰ ਇਨਟੇਕ ਮੈਂ ਦੱਸ ਕੇ ਹਟਿਆ 2023 ਦਾ ਉਹ ਵੀ ਓਪਨ ਹੋਇਆ ਪਿਆ। ਸੋ ਇਹ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਕਹਿ ਸਕਦੇ ਹਾਂ ਕਿ ਕੈਨੇਡਾ ਓਪਨ ਆ। ਕੈਨੇਡਾ ਬੰਦ ਕਿਉਂ ਹੋ ਰਿਹਾ? ਇਹਦੇ ਕਾਰਨ ਕੋਈ ਨਹੀਂ ਹੈਗੇ ਜੀ। ਫਾਈਲਾਂ ਜ਼ਿਆਦਾ ਹੋਣ ਕਰਕੇ ਕੈਨੇਡਾ ਬੰਦ ਹੋ ਰਿਹਾ ਜੀ। ਇਦਾਂ ਦੀਆਂ ਅਫਵਾਹਾਂ ਫੈਲੀਆਂ ਹੋਈਆਂ ਨੇ। ਕੌਣ ਕਹਿ ਰਿਹਾ ਵੀ ਕੈਨੇਡਾ 'ਚ ਇੰਨੀਆਂ ਫਾਈਲਾਂ ਨੇ ਜੀ? ਫਾਈਲਾਂ ਵਾਕਈ ਇੰਨੀਆਂ ਹੈਗੀਆਂ ਨੇ, ਬਟ ਉਹਨਾਂ ਦੇ ਰਿਜ਼ਲਟ ਵੀ ਤਾਂ ਆ ਰਹੇ ਨੇ। ਚੰਗੀ ਫਾਈਲਾਂ, ਚੰਗੀ ਰੀਪ੍ਰੈਜ਼ੈਂਟ ਦੇ ਵੀਜ਼ੇ ਆ ਰਹੇ ਨੇ, ਮਾੜੀ ਰੀਪ੍ਰੈਜ਼ੈਂਟ ਦੇ ਵੀਜ਼ੇ ਰਿਫਿਊਜ਼ ਹੋ ਰਹੇ ਨੇ ਜੀ। ਬਟ ਰਿਜ਼ਲਟ ਆਉਣ 'ਚ ਸਮਾਂ ਲੱਗਦਾ ਪਿਆ। ਕੈਨੇਡਾ ਬੰਦ ਨਹੀਂ ਹੋਇਆ, ਰਿਜ਼ਲਟ ਦੇ ਰਿਹਾ ਹਰ ਇੱਕ ਬੱਚੇ ਨੂੰ। ਹਰ ਇੱਕ ਬੱਚੇ ਦਾ ਵੀਜ਼ਾ ਜਾਂ ਰਿਫਿਊਜ਼ਲ ਉਹਦੇ ਅਕੋਰਡਿੰਗ ਜਿੱਦਾਂ ਦੀ ਵੀ ਉਹਨਾਂ ਨੇ ਫਾਈਲ ਲਾਈ ਆ ਉਸ ਚੀਜ਼ ਦਾ ਰਿਜ਼ਲਟ ਮਿਲਦਾ ਪਿਆ। ਸੋ ਕੈਨੇਡਾ ਬਿਲਕੁਲ ਬੰਦ ਨਹੀਂ ਹੈਗਾ, ਨਾ ਉਹਨੇ ਹੋਣਾ ਜੀ। ਵੀਜ਼ੇ ਦੇਣੇ ਨੇ। ਸਤੰਬਰ ਇਨਟੇਕ 2023 ਕੈਨੇਡਾ 'ਚ ਓਪਨ ਪਿਆ। ਇਸ ਚੀਜ਼ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਜੀ। ਬਿਲਕੁਲ ਇਹ ਤੁਸੀਂ ਸਹੀ ਗੱਲ ਕਹੀ ਹੈ ਕਿਉਂਕਿ ਅਸੀਂ ਦੇਖਿਆ ਕਿ ਜਿਨ੍ਹਾਂ ਕੰਸਲਟੈਂਟਸ ਦੇ ਥਰੂ ਫਾਈਲ ਲਗਾਈਆਂ ਹੈ ਉਹਨਾਂ ਨੇ ਸਹੀ ਤਰੀਕੇ ਨਾਲ ਫਾਈਲਿੰਗ ਨਹੀਂ ਕੀਤੀ। ਜਦ ਰਿਫਿਊਜ਼ਲ ਆਉਂਦਾ ਤਾਂ ਇੱਕੋ ਇੱਕ ਗੱਲ ਕਹਿੰਦੇ ਨੇ ਜੀ ਕੈਨੇਡਾ ਐਮਬੈਸੀ ਬਹੁਤ ਸਾਰਾ ਰਿਫਿਊਜ਼ਲ ਦੇ ਰਹੀ ਹੈ। ਪਰ ਅੱਜ ਦੇ ਸਮੇਂ ਵਿੱਚ ਹੀ ਜੇਕਰ ਅਸੀਂ ਰਿਫਿਊਜ਼ਲ ਦੇਖ ਰਹੇ ਹਾਂ ਤਾਂ ਜਿਹੜੇ ਚੰਗੇ ਕੰਸਲਟੈਂਟ ਨੇ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਡਾਕੂਮੈਂਟੇਸ਼ਨ ਕੀਤੀ ਹੈ, ਸਹੀ ਤਰੀਕੇ ਨਾਲ ਡਾਕੂਮੈਂਟਸ ਦੀ ਰੀਪ੍ਰੈਜ਼ੈਂਟੇਸ਼ਨ ਕੀਤੀ, ਉਹਨਾਂ ਦੇ ਸਕਸੈਸਫੁਲੀ ਵੀਜ਼ਾਸ ਵੀ ਆ ਰਹੇ ਨੇ। ਸੋ ਇਸ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਇੱਕ ਚੰਗੇ ਕੰਸਲਟੈਂਟ ਦੀ ਹੀ ਚੋਣ ਕਰੋ। ਪਿਛਲੇ ਲੱਗੇ ਵੀਜ਼ੇ ਦੇਖੋ, ਕਿਸ ਤਰ੍ਹਾਂ ਦੀ ਪ੍ਰੋਫਾਈਲ ਸੇ ਉਹਨਾਂ ਨੇ ਕੰਮ ਕੀਤਾ ਹੈ, ਕਿੰਨੇ ਸਮੇਂ ਤੋਂ ਕੰਮ ਕਰ ਰਹੇ ਨੇ। ਸੋ ਇਹ ਸਾਰਾ ਜੋੜ ਤੋੜ ਕਰਨ ਤੋਂ ਬਾਅਦ ਹੀ ਇੱਕ ਚੰਗੇ ਕੰਸਲਟੈਂਟ ਦੀ ਚੋਣ ਕਰਕੇ ਆਪਣਾ ਭਵਿੱਖ ਉਹਨਾਂ ਦੇ ਹੱਥ ਸੌਂਪਿਆ ਕਰੋ ਕਿਉਂਕਿ ਵਿਦੇਸ਼ ਜਾਣਾ, ਤੁਸੀਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਬਾਰੇ ਸੋਚਦੇ ਹੋ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਇੱਕ ਰਿਸਰਚ ਵਰਕ ਕਰਿਆ ਕਰੋ ਆਪਣੇ ਕੰਸਲਟੈਂਟ ਨੂੰ ਵੀ ਲੈ ਕੇ। ਬਾਕੀ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਹੇ ਜੀ ਸਕਰੀਨ ਦੇ ਉੱਪਰ। ਹੈਡਕੁਆਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਦੀ ਟੀਮ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਅਤੇ ਚੰਗੀ ਸਲਾਹ ਲੈਣ ਦੇ ਲਈ ਤੁਸੀਂ ਇਹਨਾਂ ਦੇ ਪਟਿਆਲਾ ਆਫਿਸ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ ਤੇ ਇਸ ਨੰਬਰ ਦੇ ਉੱਪਰ WhatsApp ਵੀ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਤਾਂ ਕਿ ਸਹੀ ਡਿਸੀਜਨ ਤੁਸੀਂ ਲੈ ਸਕੋ। ਚਲੋ ਇਹ ਤਾਂ ਤੁਸੀਂ ਗੱਲ ਕਲੀਅਰ ਕਰ ਦਿੱਤੀ ਕਿ ਅਜਿਹਾ ਕੁਝ ਨਹੀਂ ਹੈ। ਸਟੂਡੈਂਟਸ ਅਪਲਾਈ ਕਰਨਗੇ, ਸਹੀ ਤਰੀਕੇ ਨਾਲ ਪ੍ਰੋਫਾਈਲ ਲੱਗੀ ਹੋਏਗੀ, ਡਾਕੂਮੈਂਟੇਸ਼ਨ ਹੋਈ ਹੋਏਗੀ ਤਾਂ ਸਕਸੈਸਫੁਲੀ ਵੀਜ਼ਾ ਵੀ ਆ ਰਿਹਾ। ਅਗਲਾ ਡਾਊਟ ਵੀ ਕਲੀਅਰ ਕਰ ਦਿੰਦੇ ਆ। ਸਟੂਡੈਂਟਸ ਦੇ ਮਨ ਵਿੱਚ ਇਹ ਵੀ ਬੜਾ ਵੱਡਾ ਸਵਾਲ ਹੈ ਕਿ SDS ਵਾਲਿਆਂ ਦੇ ਚੰਗੇ ਰਿਜ਼ਲਟ ਆ ਰਹੇ ਨੇ, ਨੌਨ SDS ਵਾਲਿਆਂ ਦੇ ਰਿਫਿਊਜ਼ਲ ਜ਼ਿਆਦਾ ਆ ਰਹੇ ਨੇ। ਇਹ ਵੀ ਜ਼ਰੂਰ ਕਲੀਅਰ ਕਰੋ ਤਾਂ ਕਿ ਸਟੂਡੈਂਟਸ ਹਰ ਗੱਲ ਤੋਂ ਬੇਫਿਕਰ ਹੋ ਕੇ ਸਹੀ ਢੰਗ ਨਾਲ ਅਪਲਾਈ ਕਰਨ। ਦੇਖੋ, SDS ਐਂਡ ਨੌਨ SDS ਇਹਦੇ ਵਿੱਚ ਡਿਫਰੈਂਸ ਕੁਝ ਨਹੀਂ ਆ।
ਐਸਡੀਐਸ ਦਾ ਵੀਜ਼ਾ ਪਾਸਪੋਰਟ ਤੇ ਸਟੈਂਪ ਹੁੰਦਾ, ਨਾਨ ਐਸਡੀਐਸ ਦਾ ਵੀ ਵੀਜ਼ਾ ਪਾਸਪੋਰਟ ਤੇ ਸਟੈਂਪ ਹੁੰਦਾ। ਬੱਚਾ ਪੜਦਾ ਵੀ ਐਸਡੀਐਸ ਵਾਲਾ ਕਾਲਜ ਚ ਆ ਤੇ ਨਾਨ ਵਾਲਾ ਵੀ ਐਸਡੀਐਸ ਜਿਹੜਾ ਹੈਗਾ ਸਟੂਡੈਂਟ ਸਾਰੇ ਕਾਲਜ 'ਚ ਹੀ ਪੜ੍ਹਦੇ ਹੁੰਦੇ ਨੇ। ਉਹ ਜਾਂਦੇ ਵੀ ਕੈਨੇਡਾ ਦੇ ਵਿੱਚ ਇੱਕੋ ਹੀ ਜਹਾਜ਼ 'ਚ ਜਾਂਦੇ ਨੇ, ਸਾਰਾ ਕੁਝ ਸੇਮ ਹੁੰਦਾ। ਬਟ ਕੈਨੇਡਾ ਗਵਰਨਮੈਂਟ, ਕੈਨੇਡਾ ਅੰਬੈਸੀ ਨੇ ਵੀਜ਼ੇ ਨੂੰ ਜਾਂ ਫਾਈਲਾਂ ਨੂੰ ਚੈੱਕ ਕਰਨ ਦੇ ਲਈ ਇੱਕ ਸਿਸਟਮ ਬਣਾਇਆ ਗਿਆ ਸੀਗਾ ਵੀ ਗੈਪ ਵਾਲੀ ਫਾਈਲਾਂ, ਘੱਟ ਪਰਸੈਂਟ ਵਾਲੀਆਂ, ਘੱਟ ਬੈਂਡ ਵਾਲੀਆਂ ਫਾਈਲਾਂ ਇਸ ਕੈਟਾਗਰੀ 'ਚ ਲਾਓ, ਬਿਨਾ ਗੈਪ ਤੋਂ, ਬਿਨਾ ਲੋ ਪਰਸੈਂਟ ਤੋਂ ਅੱਛੀ ਬੈਂਡ ਸਕੋਰ ਵਾਲੀ ਫਾਈਲਾਂ ਤੁਸੀਂ ਇਸ ਕੈਟਾਗਰੀਜ਼ 'ਚ ਬਣਾਓ। ਉਹ ਕੈਟਾਗਰੀਜ਼ ਬਣਾਈਆਂ ਗਈਆਂ ਨੇ ਕਿਉਂਕਿ ਉਹਨਾਂ ਨੇ ਸਿਸਟਮ ਦੇ ਨਾਲ ਕੰਮ ਕਰਨਾ, ਉਹਨਾਂ ਨੇ ਅੱਛਾ ਕੰਮ ਕਰਨਾ, ਜਿਸ ਕਰਕੇ ਆਪਾਂ ਕੈਟਾਗਰੀਜ਼ ਬਣਾ ਦਿੰਦੇ ਆ। ਅੱਜ ਆਪਾਂ ਕਿਸੇ ਆਪਣਾ ਗੁਰਦੁਆਰੇ ਜਾਂ ਮੰਦਿਰ 'ਚ ਵੀ ਜਾਂਦੇ ਆ, ਉੱਥੇ ਵੀ 2 ਲਾਈਨਾਂ ਬਣੀਆਂ ਹੁੰਦੀਆਂ। ਸੋ ਐਦਾਂ ਹੀ ਇਹ 2 ਲਾਈਨਾਂ ਨੇ ਵੀਜ਼ੇ ਦੀਆਂ, ਐਸਡੀਐਸ ਐਂਡ ਨਾਨ ਐਸਡੀਐਸ। ਫਾਈਲਾਂ ਨੂੰ ਇੱਧਰ ਲਾਣਾ, ਫਾਈਲ ਨੂੰ ਉੱਧਰ ਲਾਣਾ ਅਕੋਰਡਿੰਗ ਟੂ ਪ੍ਰੋਫਾਈਲ। ਸੋ ਇਸ ਕਰਕੇ ਅਗਲਿਆਂ ਨੇ ਕੈਟਾਗਰੀਜ਼ ਬਣਾਤੀਆਂ ਨੇ। ਹੁਣ ਬੱਚੇ ਦੇਖਦੇ ਨੇ ਕਿ ਐਸਡੀਐਸ ਦਾ ਵੀਜ਼ਾ ਜ਼ਿਆਦਾ ਆਂਦਾ ਬਟ ਨਾਨ ਦਾ ਜ਼ਿਆਦਾ ਨਹੀਂ ਆਂਦਾ। ਫਿਲਹਾਲ ਅੱਜ ਦੇ ਸਮੇਂ ਦੇ ਵਿੱਚ ਨਾਨ ਐਸਡੀਐਸ ਦਾ ਵੀਜ਼ਾ ਜ਼ਿਆਦਾ ਆ ਰਿਹਾ, ਐਸਡੀਐਸ ਦਾ ਵੀਜ਼ਾ ਘੱਟ ਆ ਰਿਹਾ। ਕਾਰਨ ਕੀ ਆ? ਕਾਰਨ ਇਹ ਆ ਕਿ ਜਿਹੜਾ ਐਸਡੀਐਸ ਬੱਚਾ ਉਹਨੇ ਸੋਚ ਲਿਆ ਇੰਨੇ ਬੈਂਡ ਆ ਜੀ, ਵੀਜ਼ਾ ਤਾਂ ਮੇਰਾ ਆ ਜਾਊਗਾ। ਸੋ ਅਗਲਾ ਆਪਣੀ ਅਕੋਰਡਿੰਗ ਦੱਸਦਾ ਜੀ ਮੈਂ ਇਸ ਕਾਲਜ ਦੇ ਵਿੱਚ ਇਹ ਥਾਂ ਤੇ ਜਾਣਾ, ਤੁਸੀਂ ਇਹ ਮੈਨੂੰ ਚੀਜ਼ਾਂ ਦੇ ਦੋਗੇ। ਹੁਣ ਜਿਹੜਾ ਸੇਲਮੈਨ ਹੋਊਗਾ, ਜਿਹੜੀ ਕੰਪਨੀ ਨੇ ਸਿਰਫ ਸੇਲ ਕਰਨੀ ਆ, ਉਹਨੇ ਉਹ ਕਾਲਜ ਦੇ ਦੂਗਾ, ਉਹਦਾ ਆਫਰ ਲੈਟਰ ਦੇ ਦੂਗਾ, ਉਹਦੀ ਕੈਂਪਸ ਦੇ ਦੂਗਾ, ਕਿਉਂਕਿ ਉਹਨੇ ਤਾਂ ਸੇਲ ਕਰਨਾ ਜੀ। ਉਸ ਅਕੋਰਡਿੰਗ ਬੱਚੇ ਨੂੰ ਦੇ ਦਿੰਦਾ। ਬਟ ਜਿਹੜੇ ਏਜੰਟ, ਜਿਹੜੀ ਕੰਪਨੀ ਨੇ ਵੀਜ਼ਾ ਦੇਣਾ, ਉਹ ਕਹੂਗਾ ਕਿ ਸੌਰੀ ਇਹ ਚੀਜ਼ ਤੈਨੂੰ ਮਿਲਣੀ ਨਹੀਂ। ਕਿਉਂ? ਕਿਉਂਕਿ ਤੇਰਾ ਇੱਥੋਂ ਵੀਜ਼ਾ ਨਹੀਂ ਆਉਣਾ। ਸੋ ਇਸ ਕਰਕੇ ਇਹ ਚੀਜ਼ਾਂ ਦੇਖਣ ਤੇ ਸਮਝਣੀਆਂ ਪੈਣੀਆਂ ਨੇ। ਹੁਣ ਇੱਕ ਕੰਪਨੀ ਆ ਜਿਹਦੇ ਕੋਲ ਇੱਕੋ ਹੀ ਕੰਟਰੀ ਆ ਜੀ, ਜਿਹੜੇ ਬੱਚੇ ਨੂੰ ਸਿਰਫ ਆਸਟ੍ਰੇਲੀਆ ਹੀ ਭੇਜ ਸਕਦੇ ਨੇ, ਉਹ ਕੰਪਨੀ ਦਾ ਕਹੂਗੀ ਜੀ ਆਸਟ੍ਰੇਲੀਆ ਹੀ ਵੀਜ਼ਾ ਦਿੰਦਾ, ਬਾਕੀ ਕੰਟਰੀਆਂ ਵੀਜ਼ਾ ਨਹੀਂ ਦਿੰਦੀਆਂ। ਸੋ ਹੈਡਕੁਆਟਰ ਆਫ ਇਮੀਗ੍ਰੇਸ਼ਨ ਕੋਲ ਪੂਰੀ ਓਵਰਆਲ ਵਰਲਡ ਦੇ ਵਿੱਚ ਜਿੱਥੇ ਵੀ ਸਟੂਡੈਂਟ ਜਾਣਾ ਚਾਹੁੰਦਾ ਸੀ ਭੇਜਦੇ ਆ ਜੀ। ਜਿਹੜੇ ਬੱਚੇ ਨੇ ਯੂਰਪ ਜਾਣਾ ਉਹਨੂੰ ਯੂਰਪ ਭੇਜੀਦਾ ਜੀ, ਜਿਹਨੇ ਯੂਕੇ ਜਾਣਾ ਉਹਨੂੰ ਯੂਕੇ ਭੇਜੀਦਾ, ਜਿਹਨੇ ਯੂਐਸ, ਆਸਟ੍ਰੇਲੀਆ, ਕੈਨੇਡਾ ਜਾਣਾ ਉਹਨੂੰ ਉੱਥੇ ਵੀ ਭੇਜਦੇ ਹੁੰਦੇ ਆ ਸਭ। ਬਟ ਸਾਡਾ ਕੰਮ ਆ ਵੀਜ਼ਾ ਲਗਵਾਉਣਾ। ਸੋ ਤੁਸੀਂ ਜਿਸ ਮੁਲਕ ਦਾ ਪੜ੍ਹਾਈ ਦਾ ਵੀਜ਼ਾ ਲਗਵਾਉਣਾ ਚਾਹੁੰਦੇ ਹੋ, ਮੈਨੂੰ ਕੰਟੈਕਟ ਕਰੋ, ਮੈਂ ਤੁਹਾਨੂੰ ਉਸ ਕੰਟਰੀ ਦਾ ਵੀਜ਼ਾ ਲੈ ਕੇ ਦਊਂਗਾ। ਬਟ ਵੀਜ਼ਾ ਲੈਣ ਦੇ ਲਈ ਫਾਈਲ ਨੂੰ ਰੀਪ੍ਰੈਜ਼ੈਂਟ ਕਰਨਾ ਪੈਂਦਾ, ਫਾਈਲ ਦੇ ਉੱਤੇ ਅੱਛੇ ਤਰੀਕੇ ਨਾਲ ਕੰਮ ਕਰਨਾ ਪੈਂਦਾ। ਜਦੋਂ ਅੱਛੇ ਤਰੀਕੇ ਨਾਲ ਫਾਈਲ ਤੇ ਕੰਮ ਕੀਤਾ ਹੋਊਗਾ ਤਾਂ ਵੀਜ਼ਾ ਮਿਲੂਗਾ। ਜੇ ਤੁਸੀਂ ਸਿਰਫ ਫਾਈਲ ਦੇ ਵਿੱਚ ਡਾਕੂਮੈਂਟ ਹੀ ਸੈਟਅਪ ਕਰਕੇ ਲਾਏ ਆ, ਉਹ ਫਾਈਲ ਦਾ ਵੀਜ਼ਾ ਕਦੇ ਨਹੀਂ ਆਉਂਦਾ, ਉਹ ਸਿਰਫ ਇੱਕ ਡਾਕੂਮੈਂਟ ਹੋ ਕੇ ਨੇ। ਬਟ ਰੀਪ੍ਰੈਜ਼ੈਂਟ ਜ਼ਰੂਰੀ ਹੁੰਦੀ ਹੈ, ਐਸਓਪੀ ਰੀਪ੍ਰੈਜ਼ੈਂਟ ਦੇਖਣੀ ਪੈਂਦੀ ਆ, ਕਾਲਜ ਐਂਡ ਕੋਰਸ ਦੀ ਚੋਣ ਕਰਨੀ ਪੈਂਦੀ ਹੁੰਦੀ ਆ। ਕਿਹੜੀ ਥਾਂ ਦੇ ਵਿੱਚ ਵੀਜ਼ੇ ਜ਼ਿਆਦਾ ਅਪਲਾਈ ਹੋਏ ਨੇ, ਕਿਹੜੀ ਥਾਂ ਤੇ ਵੀਜ਼ੇ ਘੱਟ ਅਪਲਾਈ ਹੋਏ ਨੇ, ਕਿਹੜੇ ਬੱਚੇ ਨੂੰ ਕਿਹੜੀ ਥਾਂ ਤੋਂ ਛੇਤੀ ਵੀਜ਼ਾ ਮਿਲੂਗਾ, ਕਿਹੜੀ ਥਾਂ ਤੋਂ ਉਹਨੂੰ ਰਿਫਿਊਜ਼ਲ ਮਿਲੂਗੀ। ਇਹ ਚੀਜ਼ਾਂ ਦੇ ਲਈ ਪੂਰੀ ਵੈਰੀਫਿਕੇਸ਼ਨ ਕੀਤੀ ਜਾਂਦੀ ਆ, ਪ੍ਰੋਪਰ ਤਰੀਕੇ ਨਾਲ ਅਸੈਸਮੈਂਟ ਹੁੰਦੀ ਆ। ਹੈਡਕੁਆਟਰ ਦੇ ਇਮੀਗ੍ਰੇਸ਼ਨ ਲਾਇਰਸ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਨੇ, ਉਹਨਾਂ ਦੀ ਕੈਂਡੀਡੇਟ 8 ਨੂੰ 10 ਬੰਦਿਆਂ ਦੀ ਟੀਮ ਆ ਜਿਹੜੀ ਇੱਕ ਫਾਈਲ ਦੇ ਉੱਤੇ ਕੰਮ ਕਰਦੀ ਪਈ ਆ। ਸੋ ਇੰਨੇ ਬੰਦੇ ਇੱਕ ਫਾਈਲ ਤੇ ਕੰਮ ਕਰ ਰਹੇ ਨੇ ਤਾਂ ਤੁਸੀਂ ਲਾਓ ਤਾਂ ਵੀਜ਼ੇ ਦੇ ਮੁਕਾਮ ਤੱਕ ਤਾਂ ਪਹੁੰਚਣਾ ਹੀ ਆ ਸਾਡੀ ਕੰਪਨੀ ਦੇ ਸਟੂਡੈਂਟਸ ਨੇ। ਸੋ ਇਹ ਚੀਜ਼ਾਂ ਨੂੰ ਦੇਖਣਾ, ਸਮਝਣਾ, ਪਰਖਣਾ ਪੈਂਦਾ। ਕੈਨੇਡਾ ਬੰਦ ਨਹੀਂ ਹੋਇਆ, ਸਾਡੇ ਹੁਣ ਵੀ ਕੈਨੇਡਾ ਦੇ ਵੀਜ਼ੇ ਆਏ ਨੇ ਪਿਛਲੇ ਵੀਕ, ਤੁਸੀਂ ਚੈੱਕ ਕਰ ਸਕਦੇ ਹੋ ਸਾਡੇ ਪੇਜ ਤੇ ਜਾ ਕੇ। ਪਹਿਲਾਂ ਵੀ ਕਹਿੰਦੇ ਆ ਕਿ ਸਮਾਂ ਇੰਨਾ ਨਹੀਂ ਹੁੰਦਾ, ਵੀਜ਼ੇ ਇੰਨੇ ਨਹੀਂ ਦਿਖਾ ਸਕਦੇ। ਸੋ ਸਾਡੇ ਪੇਜ ਦੇ ਉੱਤੇ ਵੀਜ਼ੇ ਪਏ ਨੇ, ਉਹਨੂੰ ਦੇਖੋ, ਤੁਸੀਂ ਚੈੱਕ ਕਰੋ। ਹਰ ਇੱਕ ਪ੍ਰੋਫਾਈਲ ਦਾ ਵੀਜ਼ਾ ਪਿਆ, 7 ਸਾਲ ਦਾ ਗੈਪ ਦਾ ਵੀ ਵੀਜ਼ਾ ਪਾਇਆ, ਅਸੀਂ ਪੀਟੀ ਦੇ ਵੀ ਵੀਜ਼ਾ ਪਾਇਆ, ਓਵਰਆਲ 5.5 ਤੇ ਵੀ ਵੀਜ਼ਾ ਪਾਇਆ। ਜਿੱਦਾਂ ਦੀ ਫਾਈਲ ਆਉਂਦੀ ਆ, ਜਿਹਦਾ ਵੀਜ਼ਾ ਜਿਵੇਂ ਆਉਂਦਾ ਉਹਨੂੰ ਰੀਪ੍ਰੈਜ਼ੈਂਟ ਕਰਕੇ ਵੀਜ਼ਾ ਲੈ ਕੇ ਦੇਈਦਾ। ਜਿਹਦਾ ਕੈਨੇਡਾ ਤੋਂ ਵੀਜ਼ਾ ਨਹੀਂ ਆਉਂਦਾ ਉਹਨੂੰ ਕੈਨੇਡਾ ਤੋਂ ਜਵਾਬ ਦੇਈਦਾ ਕਿ ਸੌਰੀ ਤੁਹਾਡੀ ਇਸ ਕੰਡੀਸ਼ਨ 'ਚ ਵੀਜ਼ਾ ਨਹੀਂ ਆਉਣਾ। ਸੋ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਸਮਝਣੀਆਂ ਤੇ ਪਰਖਣੀਆਂ ਪੈਣੀਆਂ ਹੁੰਦੀਆਂ ਨੇ, ਜਿਹਦੇ ਨਾਲ ਤੁਸੀਂ ਆਪ ਖੁਦ ਵੀਜ਼ੇ ਦੇ ਮੁਕਾਮ ਤੱਕ ਪਹੁੰਚ ਸਕਦੇ ਹੋ। ਜੀ ਸ਼ਾਵੀ ਜੀ, ਇੱਥੇ ਨਾ ਮੈਂ ਗੱਲ ਕਰਨਾ ਚਾਹੂੰਗੀ ਰਿਫਿਊਜ਼ਲ ਕੇਸਿਸ ਨੂੰ ਲੈ ਕੇ ਕਿ ਇੱਕ ਵਾਰੀ ਚੱਲ ਸਪੋਜ਼ ਇੱਕ ਵਾਰ ਜਾਂ 2 ਵਾਰ ਰਿਫਿਊਜ਼ਲ ਆ ਚੁੱਕੀ ਹੈ, ਉਸ ਤੋਂ ਬਾਅਦ ਦੁਬਾਰਾ ਅਪਲਾਈ ਕਰਨ ਲਈ ਉਹਨੂੰ ਕਿੰਨਾ ਕੁ ਟਾਈਮ ਦਾ ਵਿੱਚ ਟਾਈਮ ਲੈਣਾ ਚਾਹੀਦਾ, ਔਰ ਕਿਸ ਤਰ੍ਹਾਂ ਦੀ ਮੁਰੰਮਤ ਅਸੀਂ ਕਹਾਂਗੇ ਪ੍ਰੋਫਾਈਲ ਦੇ ਉੱਪਰ ਕਰਨੀ ਪੈਂਦੀ ਹੈ ਤਾਂ ਕਿ ਜਦੋਂ ਫਿਰ ਅਪਲਾਈ ਕਰਦੇ ਨੇ ਫਿਰ ਦੁਬਾਰਾ ਉਹਨਾਂ ਨੂੰ ਰਿਫਿਊਜ਼ਲ ਫੇਸ ਨਾ ਕਰਨੀ ਪਵੇ। ਦੇਖੋ ਘੱਟੋ ਘੱਟ 3 ਰਿਫਿਊਜ਼ਲਾਂ ਆਈਆਂ ਸੀ ਸਟੂਡੈਂਟਸ ਦੀਆਂ। ਠੀਕ ਹੈ। ਪਿਛਲੇ ਮਹੀਨੇ ਦੀ ਗੱਲ ਆ।
ਉਹਦੀ 3 ਰਿਫਿਊਜ਼ਲ ਤੋਂ ਬਾਅਦ ਅਸੀਂ ਵੀਜ਼ਾ ਲੈ ਕੇ ਦਿੱਤਾ ਤੁਹਾਡੇ ਪਿਛਲੇ ਸ਼ੋਅ 'ਚ ਹਾਂਜੀ। ਆਪਾਂ ਚਲਾਇਆ ਵੀ ਜੀ, ਆ ਉਹ। ਹਾਂਜੀ, ਹਾਂਜੀ। 3 ਰਿਫਿਊਜ਼ਲ ਤੋਂ ਬਾਅਦ ਸਟੂਡੈਂਟਸ ਦਾ ਵੀਜ਼ਾ ਆਇਆ ਕੈਨੇਡਾ ਤੋਂ ਜੀ। 3 ਰਿਫਿਊਜ਼ਲਾਂ ਕੈਨੇਡਾ ਦੀਆਂ ਸੀਗੀਆਂ ਉਹਦੀਆਂ। 3 ਰਿਫਿਊਜ਼ਲ ਤੋਂ ਬਾਅਦ ਤੁਸੀਂ ਲਾ ਲਓ ਕਿ ਵੀਜ਼ਾ ਲੈ ਲਿੱਤਾ ਸੀ। ਮੈਂ ਪਹਿਲਾਂ ਵੀ ਕਹਿਣਾ ਕਿ ਰਿਫਿਊਜ਼ਲ ਕੇਸ ਤੇ ਵੀਜ਼ਾ ਲੈਣਾ ਬਹੁਤ ਸੌਖਾ, ਕਾਰਨ ਪਤਾ ਹੁੰਦੇ ਆ ਕਿਉਂਕਿ ਵੀਜ਼ਾ ਰਿਫਿਊਜ਼ ਹੋਇਆ, ਬਸ ਉਹੀ ਕਾਰਨ ਸੈਟਅਪ ਕਰਕੇ ਅੱਗੇ ਦੁਬਾਰੇ ਫਾਈਲ ਨੂੰ ਰੀਪ੍ਰੈਜ਼ੈਂਟ ਕਰਨਾ ਪੈ ਜਾਂਦਾ, ਉਹ ਵੀਜ਼ੇ ਤੱਕ ਪਹੁੰਚ ਜਾਂਦੀਆਂ। ਹੁਣ ਜਿਹੜੀ 3 ਵਾਰ ਬੱਚੇ ਦੇ ਵੀਜ਼ੇ ਰਿਫਿਊਜ਼ ਹੋਏ ਸੀ, ਉਹ ਸੇਮ ਵਾਰ ਪਹਿਲੀ ਵਾਰ ਇਹ ਕਾਰਨ ਆ ਗਿਆ, ਦੂਜੀ ਵਾਰ ਉਹ ਕਾਰਨ ਆ ਗਿਆ, ਤੀਜੀ ਵਾਰ ਉਹ ਕਾਰਨ ਆ ਗਿਆ। ਦੇਖੋ ਪਹਿਲਾਂ ਇਹ 3 ਕਾਰਨ ਤੇ ਆਪਾਂ ਕੰਮ ਕੀਤਾ, ਉਸ ਤੋਂ ਬਾਅਦ ਪੂਰੀ ਓਵਰਆਲ ਪ੍ਰੋਫਾਈਲ ਤੇ ਕੰਮ ਕੀਤਾ। ਉਹ ਸਾਰੇ ਡਾਊਟ, ਸਾਰੇ ਰੀਜ਼ਨ ਆਪਾਂ ਸੈਟਅਪ ਕਰਕੇ ਐਮਬੈਸੀ ਨੂੰ ਦਿੱਤੇ, ਉਹਨੇ ਵੀਜ਼ਾ ਦੇਤਾ। ਅੱਜ ਜੋ ਬੱਚਾ ਕੈਨੇਡਾ ਦੇ ਵਿੱਚ ਆਪਣੀ ਆਉਣ ਵਾਲੇ ਸਤੰਬਰ ਦੇ ਵਿੱਚ ਹਫਤੇ 10 ਦਿਨ ਚ ਉਹਦੀਆਂ ਕਲਾਸਾਂ ਸਟਾਰਟ ਨੇ, ਉਹ ਕਲਾਸਿਸ ਸਟਾਰਟ ਕਰਨ ਲੱਗਿਆ, ਕੈਨੇਡਾ ਪਹੁੰਚ ਚੁੱਕੇ ਆ ਉਹ। ਓਕੇ, ਸੋ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ, ਤੁਹਾਡੀ ਰਿਫਿਊਜ਼ਲ ਆਈ ਹੋਈ ਆ, ਡਰੋ ਨਾ, ਘਬਰਾਓ ਨਾ। ਰਿਫਿਊਜ਼ਲ ਕੇਸ ਦੇ ਉੱਤੇ ਵੀਜ਼ਾ ਲੈਣਾ ਬਹੁਤ ਸੌਖਾ ਹੁੰਦਾ, ਕਿਉਂਕਿ ਅਸੀਂ ਲੈ ਕੇ ਦਿੱਤਾ। ਤੁਹਾਨੂੰ ਹਰ ਵਾਰ ਕਹਿਣਾ, ਪੇਜ ਤੇ ਜਾਓ, ਵੀਜ਼ੇ ਚੈੱਕ ਕਰੋ, ਫਿਰ ਅਪਲਾਈ ਕਰੋ। ਪਰਿਵਾਰ ਨੂੰ ਜ਼ਰੂਰ ਲੈ ਕੇ ਆਓ ਹੈੱਡਕੁਆਟਰ ਤੁਸੀਂ ਆਪਣੇ। ਜੀ 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 ਬਿਲਕੁਲ। ਸੋ ਪਟਿਆਲਾ ਦੇ ਵਿੱਚ ਜੋ ਹੈ ਹੈੱਡਕੁਆਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਦਾ ਆਫਿਸ ਹੈ। ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰਿਆ ਕਰੋ। ਜਦ ਵੀ ਕਿਸੇ ਵੀ ਕੰਸਲਟੈਂਟ ਕੋਲ ਵੀ ਜਾਣਾ, ਆਪਣੇ ਪੇਰੈਂਟਸ ਨੂੰ ਵੀ ਨਾਲ ਲੈ ਕੇ ਜਾਇਆ ਕਰੋ, ਤਾਂ ਕਿ ਉਹ ਫਾਈਨੈਂਸ਼ੀਅਲਸ ਨੂੰ ਵੀ ਸਮਝ ਸਕਣ ਤੇ ਸਹੀ ਟਾਈਮ ਦੇ ਨਾਲ ਬਿਨਾਂ ਤੁਸੀਂ ਆਪਣਾ ਟਾਈਮ ਵੇਸਟ ਕੀਤਿਆ ਸਹੀ ਡਿਸੀਜਨ ਲੈ ਸਕੋ। ਸੋ ਬਹੁਤ ਚੰਗੀ ਗੱਲ ਹੁੰਦੀ ਹੈ ਜੇਕਰ ਤੁਸੀਂ ਕੰਸਲਟੈਂਟ ਬਾਰੇ ਵੀ ਪੂਰੀ ਜਾਣਕਾਰੀ ਲਓ ਕਿ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਦੇ ਉੱਪਰ ਪਹਿਲਾਂ ਉਹਨਾਂ ਨੇ ਕੰਮ ਕੀਤਾ ਹੋਇਆ, ਤਾਂ ਕਿ ਤੁਸੀਂ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਇੱਕ ਚੰਗੇ ਔਰ ਮਾਹਿਰ ਕੰਸਲਟੈਂਟ ਦੀ ਚੋਣ ਜ਼ਰੂਰ ਕਰ ਸਕੋ। ਫਿਲਹਾਲ ਆਪਾਂ ਕੈਨੇਡਾ ਨੂੰ ਲੈ ਕੇ ਉਹੀ ਸਵਾਲ ਮੈਂ ਜ਼ਰੂਰ ਸ਼ੋਅ ਦੇ ਵਿੱਚ ਰੱਖੇ ਨੇ ਜਿਹੜੇ ਸਾਡੇ ਕੋਲ ਮੋਸਟਲੀ ਸਟੂਡੈਂਟਸ ਦੇ ਸਵਾਲ ਪਹੁੰਚਦੇ ਨੇ। ਬਾਕੀ ਸਟੂਡੈਂਟਸ ਨੂੰ ਕਹਿਣਾ ਚਾਹਾਂਗੇ, ਚਾਹੇ ਪੇਰੈਂਟਸ ਸ਼ੋਅ ਦੇਖ ਰਹੇ ਨੇ, ਕੋਈ ਵੀ ਦਰਸ਼ਕ ਸਾਡੇ ਸ਼ੋਅ ਵੇਖ ਰਹੇ, ਕੋਈ ਸਵਾਲ ਤੁਹਾਡੇ ਮਨ ਵਿੱਚ ਆਉਂਦਾ ਤਾਂ ਜ਼ਰੂਰ ਲਗਾਤਾਰ ਜੋ ਨੰਬਰ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਇਸ ਉੱਪਰ ਕਾਲ ਕਰਕੇ ਜ਼ਰੂਰ ਆਪਣਾ ਸਵਾਲ ਕਲੀਅਰ ਕਰ ਲਓ। ਹੈੱਡਕੁਆਟਰ ਆਫ ਇਮੀਗ੍ਰੇਸ਼ਨ ਦੀ ਟੀਮ ਜੋ ਹੈ ਤੁਹਾਨੂੰ ਸਹੀ ਗਾਈਡੈਂਸ ਲਈ ਹਮੇਸ਼ਾ ਤਿਆਰ ਬੈਠੀ ਹੈ। ਕੈਨੇਡਾ ਬਾਰੇ ਆਪਾਂ ਗੱਲ ਕੀਤੀ ਹੈ, ਤਾਂ ਹੁਣ ਫਿਲਹਾਲ ਇੱਕ ਇਹ ਵੀ ਅਪਡੇਟ ਦੇ ਦਈਏ ਕਿ ਕਿਹੜੇ ਇਨਟੇਕ ਲਈ ਅਪਲਾਈ ਕਰਨ ਸਟੂਡੈਂਟ ਜਿਹੜੇ ਹਲੇ ਵੀ ਮਨ ਬਣਾ ਰਹੇ ਨੇ, ਵਿਚਾਰ ਕਰ ਰਹੇ ਨੇ, ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਕਿਹੜੇ ਇਨਟੇਕ 'ਚ ਹਲੇ ਵੀ ਸੀਟਸ ਅਵੇਲੇਬਲ ਨੇ ਤੇ ਅਪਲਾਈ ਕਰ ਲੈਣ। ਦੇਖੋ, ਇਨਟੇਕ ਕੈਨੇਡਾ ਦੇ ਵਿੱਚ ਅੱਜ ਵੀ ਜਨਵਰੀ ਇਨਟੇਕ ਕਲੋਜ਼ ਹੋ ਗਿਆ। ਓਕੇ, ਬਟ ਕੁਝ ਥਾਵਾਂ ਤੇ ਕਲੋਜ਼ ਹੋਇਆ, ਕੁਝ ਕਾਲਜ ਦੇ ਵਿੱਚ ਕਲੋਜ਼ ਹੋਇਆ। ਹਲੇ ਵੀ ਮੇਰੇ ਕੋਲ ਜਨਵਰੀ ਦੀ ਸੀਟਸ ਪਈਆਂ ਨੇ। ਤੁਸੀਂ ਆਓਗੇ, ਤੁਹਾਨੂੰ ਜਨਵਰੀ ਦੀ ਸੀਟ ਮਿਲਣਗੀਆਂ, ਬਟ ਉਹ ਸਟੂਡੈਂਟਸ ਨੂੰ ਸੀਟ ਮਿਲਣਗੀਆਂ ਜਿਨ੍ਹਾਂ ਨੂੰ ਉਸ ਕਾਲਜ ਦੇ ਵਿੱਚ ਐਡਮਿਸ਼ਨ ਐਂਡ ਵੀਜ਼ਾ ਮਿਲੂਗਾ। ਦੇਖੋ, ਕੁਝ ਸਟੂਡੈਂਟਸ ਨੇ ਜਿਨ੍ਹਾਂ ਨੇ ਕਿਸੇ ਹੋਰ ਕਾਲਜ ਦੇ ਵਿੱਚ ਵੀਜ਼ਾ ਆ ਰਿਹਾ, ਬਟ ਉਸ ਕਾਲਜ ਦੇ ਵਿੱਚ ਉਹਨੂੰ ਜਨਵਰੀ ਇਨਟੇਕ ਨਹੀਂ ਮਿਲ ਰਿਹਾ, ਮੈਂ ਉਹਨੂੰ ਧੱਕੇ ਨਾਲ ਕਿਸੇ ਹੋਰ ਕਾਲਜ 'ਚ ਨਹੀਂ ਭੇਜੂਗਾ। ਜਿਹੜੇ ਬੱਚੇ ਦਾ ਜਿਸ ਕਾਲਜ ਦੇ ਵਿੱਚ ਜਨਵਰੀ ਓਪਨ ਆ, ਉਸ ਕਾਲਜ ਦੇ ਵਿੱਚ ਉਹਦਾ ਵੀਜ਼ਾ ਆ ਰਿਹਾ, ਮੈਂ ਉਹਨੂੰ ਜਨਵਰੀ ਦੇ ਦੂੰਗਾ। ਬਟ ਜਿਹੜੇ ਬੱਚੇ ਦਾ ਉਸ ਕਾਲਜ 'ਚ ਵੀਜ਼ਾ ਨਹੀਂ ਆ ਰਿਹਾ, ਉਹਦੇ 'ਚ ਜਨਵਰੀ ਓਪਨ ਹੈਗਾ, ਠੀਕ ਹੈ, ਮੈਂ ਉਹਨੂੰ ਉੱਥੇ ਨਹੀਂ ਭੇਜੂਗਾ। ਜਿਹੜੇ ਬੱਚੇ ਦਾ ਮਈ ਇਨਟੇਕ ਦੇ ਵਿੱਚ ਵੀਜ਼ਾ ਆਣਾ, ਉਸ ਕਾਲਜ ਦੇ ਵਿੱਚ ਉਹਨੂੰ ਉਸ ਇਨਟੇਕ ਦੇ ਵਿੱਚ ਭੇਜੀਦਾ ਹੁੰਦਾ। ਹਰ ਇਨਟੇਕ ਓਪਨ ਹੁੰਦੇ ਨੇ, ਬਟ ਕੁਝ ਇਨਟੇਕ ਕਲੋਜ਼ ਹੋ ਜਾਂਦੇ ਨੇ ਛੇਤੀ, ਕੁਝ ਇਨਟੇਕ ਥੋੜਾ ਲੇਟ ਕਲੋਜ਼ ਹੁੰਦੇ ਨੇ ਅਕੋਰਡਿੰਗ ਟੂ ਸਟੂਡੈਂਟਸ ਦੀ ਪ੍ਰੋਫਾਈਲਸ ਜਿੱਥੇ ਸੈਟਅਪ ਬੈਠਦੀ ਹੈ, ਜਿੱਥੇ ਵੀਜ਼ਾ ਆਣਾ ਹੁੰਦਾ, ਤੁਹਾਨੂੰ ਉਸ ਕਾਲਜ ਉਸ ਇਨਟੇਕ ਦੇ ਵਿੱਚ ਭੇਜੀਦਾ ਹੁੰਦਾ, ਕਿਉਂਕਿ ਅਸੀਂ ਤੁਹਾਨੂੰ ਵੀਜ਼ਾ ਲੈ ਕੇ ਦੇਣਾ। ਸਾਡਾ ਕੰਮ ਆ ਵੀਜ਼ਾ ਲਗਵਾ ਕੇ ਦੇਣਾ। ਬਿਲਕੁਲ, ਜੇ ਅਸੀਂ ਤੁਹਾਡਾ ਵੀਜ਼ਾ ਨਹੀਂ ਲਗਵਾ ਕੇ ਦਵਾਂਗੇ ਤਾਂ ਸੋ ਅਸੀਂ ਕਿੱਦਾਂ ਕਾਰੋਬਾਰ ਚਲਾਵਾਂਗੇ ਆਪਣਾ। ਦੇਖੋ, ਵੀਜ਼ਾ ਲੈਣ ਦੇ ਲਈ ਕੁਝ ਕੰਡੀਸ਼ਨਾਂ ਹੁੰਦੀਆਂ ਨੇ, ਜੇ ਤੁਸੀਂ ਉਹ ਕੰਡੀਸ਼ਨ ਪੂਰੀ ਕਰ ਰਹੇ ਹੋ ਤੁਹਾਡੀ ਪ੍ਰੋਫਾਈਲ ਦੀ, ਸੋ ਅਸੀਂ ਉਹਨੂੰ ਵੀਜ਼ੇ ਦੇ ਮੁਕਾਮ ਤੱਕ ਪਹੁੰਚਾ ਦਾਂਗੇ। ਬੈਂਡ ਸਕੋਰ ਘੱਟ ਨੇ, ਪਰਸੈਂਟ ਘੱਟ, ਗੈਪ ਜ਼ਿਆਦਾ, ਡਰੋ ਨਾ। ਕੈਨੇਡਾ ਵੀਜ਼ਾ ਦੇ ਰਿਹਾ, ਅਸੀਂ ਇਦਾਂ ਦੇ ਕੇਸ ਤੇ ਵੀਜ਼ਾ ਲੈ ਚੁੱਕੇ ਆ। ਪਹਿਲਾਂ ਆਪਣੇ ਡਾਕੂਮੈਂਟ ਲੈ ਕੇ ਸਾਡੇ ਕੋਲ ਆਫਿਸ ਵਿਜ਼ਿਟ ਕਰੋ, ਜਾਂ WhatsApp ਕਰ ਸਕਦੇ ਹੋ ਤੁਸੀਂ ਆਪਣੀ ਪ੍ਰੋਫਾਈਲ। ਉਹਦੀ ਅਸੈਸਮੈਂਟ ਤੋਂ ਬਾਅਦ ਹੀ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡਾ ਵੀਜ਼ਾ ਆਣਾ ਕਿ ਨਹੀਂ ਆਣਾ। ਹੁਣ ਕੋਈ ਮੈਨੂੰ ਔਨ ਦੀ ਸਪੋਟ ਕਹੇ, ਸਰ ਮੇਰੀ ਇਹ ਪ੍ਰੋਫਾਈਲ ਹੈ, ਮੈਨੂੰ ਵੀਜ਼ਾ ਲਿਖ ਕੇ ਦੇ ਦਿਓ, ਬਟ ਨਹੀਂ ਬ੍ਰਦਰ, ਇਦਾਂ ਕਦੇ ਵੀ ਨਹੀਂ ਅਸੀਂ ਕਰ ਸਕਦੇ ਜੀ। ਦੇਖੋ, ਵੀਜ਼ਾ ਲੈਣ ਦੇ ਲਈ ਤੁਸੀਂ ਆਪਣੇ ਡਾਕੂਮੈਂਟ ਭੇਜੋਗੇ, ਅੱਗੇ ਡਾਕੂਮੈਂਟ ਲਾਇਰ ਨੂੰ ਦਵਾਂਗੇ ਜੀ, ਲਾਇਰ ਅਸੈਸਮੈਂਟ ਕਰਕੇ ਦਊਗਾ ਕਿੰਨੇ ਵੀਜ਼ਾ ਆਉਣ ਦੇ ਚਾਂਸਿਸ ਨੇ ਇਸ ਕੇਸ ਦੇ ਵਿੱਚ। ਉਹਨੂੰ ਉਹਨੇ ਚਾਂਸਿਸ ਦੱਸੀ ਦੇ ਜਦੋਂ ਸਾਨੂੰ ਰਿਸਕ ਲੱਗਦਾ, ਸੋ ਉਸ ਕੈਂਡੀਡੇਟ ਨੂੰ ਅਸੀਂ ਜਵਾਬ ਦੇ ਦਿੰਦੇ। 1% ਰਿਸਕ ਤੇ ਵੀ ਅਸੀਂ ਉਹ ਕੰਟਰੀ 'ਚੋਂ ਫਾਈਲ ਨਹੀਂ ਲਾਉਂਦੇ ਜਿਹਦਾ 1% ਵੀ ਰਿਸਕ ਹੋਵੇ ਵੀਜ਼ਾ ਨਾ ਆਉਣ ਦਾ। ਸੋ ਪੂਰੇ 100% ਚਾਂਸਿਸ ਹੋਣ ਵੀਜ਼ਾ ਆਉਣ ਦੇ,
ਤਾਂ ਉਹ ਫਾਈਲ ਉਸ ਕੰਟਰੀ ਦੇ ਵਿੱਚ ਲਾਈਦੀ ਆ, ਕਿਉਂਕਿ ਅਸੀਂ ਆਪਣਾ ਨਾਮ ਰੈਪੂਟੇਸ਼ਨ ਨੂੰ ਲੋ ਨਹੀਂ ਕਰਨਾ ਚਾਹੁੰਦੇ ਇੱਕ ਚੰਦ ਪੈਸਿਆਂ ਦੇ ਲਾਲਚ ਦੇ ਬਿਲਕੁਲ ਵਿੱਚ। ਬਿਲਕੁਲ। ਸੋ ਇਹ ਚੀਜ਼ਾਂ ਨੂੰ ਤੁਸੀਂ ਸਮਝੋ ਤੇ ਪਰਖੋ, ਕਿਉਂਕਿ ਹਰ ਇੱਕ ਕੰਸਲਟੈਂਸ, ਹਰ ਇੱਕ ਕੰਪਨੀ ਆਪਣੇ ਆਪਣੇ ਵੱਖਰੇ ਵੱਖਰੇ ਦਾਅਵੇ ਕਰਦੀ ਆ। ਬਿਲਕੁਲ। ਸੋ ਉਹ ਜਿਹੜੇ ਦਾਅਵੇ ਕੰਪਨੀਆਂ ਕਰ ਰਹੀਆਂ ਨੇ, ਉਹ ਦਾਅਵੇ ਦੇ ਉੱਤੇ ਉਹ ਕਿੰਨਾ ਕੁ ਪੂਰ ਉਤਰਦੇ ਪਏ ਨੇ, ਉਹ ਚੀਜ਼ ਤੁਹਾਨੂੰ ਦੇਖਣੀ ਪਊਗੀ। ਹਰ ਸ਼ੋਅ ਦੇ ਵਿੱਚ ਆਪਾਂ ਤੁਹਾਨੂੰ ਵੀਜ਼ੇ ਦਿਖਾਏ ਨੇ, ਹਰ ਇੱਕ ਸ਼ੋਅ ਦੇ ਵਿੱਚ ਆਪਾਂ ਵੱਖਰੀ ਵੱਖਰੀ ਪ੍ਰੋਫਾਈਲਸ ਲੈ ਕੇ ਆਏ ਨੇ। ਕਿਉਂ ਲੈ ਕੇ ਆਏ ਆ? ਕਿਉਂਕਿ ਜਿਹੜੀ ਪ੍ਰੋਫਾਈਲਸ ਨੂੰ ਬਾਕੀ ਕੰਪਨੀਆਂ ਨਾ ਕਰਦੀਆਂ, ਆਪਾਂ ਉਹ ਕੇਸਿਸ ਦੇ ਉੱਤੇ ਵੀਜ਼ੇ ਲੈ ਕੇ ਦਿੱਤੇ ਨੇ, ਕਿਉਂਕਿ ਵੀਜ਼ਾ ਲਗਵਾਉਣਾ ਸਾਡਾ ਕੰਮ ਆ ਜੀ। ਜੇ ਤੁਹਾਡਾ ਵੀਜ਼ਾ ਲੱਗਣਾ ਅਸੀਂ ਲਗਵਾ ਕੇ ਦੇਵਾਂਗੇ। ਉਹਦੇ ਲਈ ਪਹਿਲਾਂ ਤੁਹਾਨੂੰ ਆਪਣੇ ਡਾਕੂਮੈਂਟ ਸਾਨੂੰ ਭੇਜਣੇ ਹੋਣਗੇ। ਤੁਹਾਡੇ ਡਾਕੂਮੈਂਟ, ਤੁਹਾਡਾ ਹਰ ਇੱਕ ਸਬਜੈਕਟ 'ਚ ਨੰਬਰ ਪਰਸੈਂਟ ਵੇਖ ਕੇ ਪਰਖ ਕੇ ਹੀ ਤੁਹਾਨੂੰ ਅਸੀਂ ਦੱਸ ਸਕਦੇ ਹਾਂ ਕਿ ਤੁਹਾਡਾ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ ਜੀ। ਜੀ ਜੀ ਬਿਲਕੁਲ। ਇਸ ਲਈ ਜ਼ਰੂਰੀ ਹੈ ਆਪਣੇ ਤੁਸੀਂ ਪ੍ਰੋਫਾਈਲ ਦੀ ਅਸੈਸਮੈਂਟ ਕਰਵਾਓ ਇੱਕ ਚੰਗੇ ਕੰਸਲਟੈਂਟ ਤੋਂ, ਤਾਂ ਕਿ ਕਈ ਵਾਰੀ ਹੁੰਦਾ ਸਟੂਡੈਂਟਸ ਆਪਣੇ ਮਾਈਂਡ ਵਿੱਚ ਆਪਣੀ ਚੁਆਇਸ ਕੁਝ ਹੋਰ ਰੱਖਦੇ ਨੇ, ਲੇਕਿਨ ਉਹਨਾਂ ਦੀ ਪ੍ਰੋਫਾਈਲ ਐਲੀਜੀਬਲ ਕਿਤੇ ਹੋਰ ਲਈ ਹੁੰਦੀ ਹੈ। ਸੋ ਇਸੇ ਲਈ ਇੱਕ ਚੰਗੇ ਕੰਸਲਟੈਂਟ ਤੋਂ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਕਰਾਉਣ ਤੋਂ ਬਾਅਦ ਸਹੀ ਡਿਸੀਜਨ ਦੇ ਉੱਪਰ ਚੱਲਿਆ ਕਰੋ। ਆਪਣੀ ਚੁਆਇਸਿਸ ਠੀਕ ਹੈ, ਇੱਕ ਸਟੂਡੈਂਟ ਦੀ ਆਪਣੀ ਚੁਆਇਸ ਹੁੰਦੀ ਹੈ, ਲੇਕਿਨ ਮੈਟਰ ਕਰਦਾ ਕਿ ਤੁਹਾਡੀ ਪ੍ਰੋਫਾਈਲ ਕਿੱਥੋਂ ਐਲੀਜੀਬਲ ਹੈ। ਜਿੱਥੇ ਐਲੀਜੀਬਲ ਹੈ ਉਸੇ ਰਸਤੇ ਵੱਲ ਚੱਲੋ, ਤਾਂ ਕਿ ਬਿਨਾਂ ਰਿਫਿਊਜ਼ਲ ਫੇਸ ਕੀਤੇ ਫਸਟ ਅਟੈਂਪਟ ਵਿੱਚ ਤੁਹਾਡਾ ਵੀਜ਼ਾ ਤੁਸੀਂ ਹਾਸਲ ਕਰ ਸਕੋ। ਕੈਨੇਡਾ ਬਾਰੇ ਗੱਲ ਕਰ ਚੁੱਕੇ ਹਾਂ, ਆਸਟ੍ਰੇਲੀਆ ਦੀ ਵੀ ਗੱਲ ਕਰ ਲੈਂਦੇ ਹਾਂ। ਸੋ ਆਸਟ੍ਰੇਲੀਆ ਦਾ ਪ੍ਰੋਸੈਸਿੰਗ ਟਾਈਮ ਦੀ ਪਹਿਲਾਂ ਗੱਲ ਕਰਨਾ ਚਾਹੂੰਗੀ। ਕਿੰਨਾ ਕੁ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਔਰ ਕਿਹੜੇ ਇਨਟੇਕ ਵਿੱਚ ਹਲੇ ਸੀਟਸ ਅਵੇਲੇਬਲ ਨੇ, ਤਾਂ ਕਿ ਜਲਦੀ ਤੋਂ ਜਲਦੀ ਸਟੂਡੈਂਟਸ ਅਪਲਾਈ ਕਰਕੇ ਆਪਣੀ ਸੀਟ ਬੁੱਕ ਕਰਵਾ ਸਕਣ? ਦੇਖੋ, ਆਸਟ੍ਰੇਲੀਆ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ, ਸੋ 30 ਕੁ ਦਿਨਾਂ ਦਾ, 1 ਮਹੀਨੇ ਦਾ ਤੁਸੀਂ ਪ੍ਰੋਸੈਸਿੰਗ ਟਾਈਮ ਲਾਓ। 30 ਤੋਂ ਤੁਸੀਂ 45 ਦਿਨ ਕਰ ਲਓ, ਵੱਧ ਤੋਂ ਵੱਧ 10-15 ਦਿਨ ਉੱਪਰ ਥੱਲੇ ਹੋ ਹੀ ਜਾਂਦੇ ਆ ਹਰ ਇੱਕ ਕੰਮ ਦੇ ਵਿੱਚ। ਪਰ ਆਸਟ੍ਰੇਲੀਆ ਦੇ ਵਿੱਚ ਦੇਖੋ ਇਨਟੇਕ ਨੇ। ਅੱਜ ਸਤੰਬਰ ਇਨਟੇਕ ਨੇੜੇ ਆ ਗਿਆ ਜੀ। ਸਤੰਬਰ ਇਨਟੇਕ 'ਚ ਫਾਈਲ ਨਹੀਂ ਲਗਾ ਸਕਦੇ ਆਪਾਂ। ਇਨਟੇਕ ਤੁਹਾਨੂੰ ਨਵੰਬਰ, ਜਨਵਰੀ, ਫਰਵਰੀ, ਇਹ 3 ਇਨਟੇਕ ਮਿਲ ਸਕਦੇ ਨੇ। ਦੇਖੋ, ਜਦੋਂ ਤੁਸੀਂ ਆਪਣੀ ਫਾਈਲ ਸਾਨੂੰ ਦੇ ਰਹੇ ਹੋ, ਤੁਹਾਡੇ ਕੋਲ ਤੁਹਾਡੇ ਡਾਕੂਮੈਂਟਸ ਐਂਡ ਤੁਹਾਡੀ ਪੇਮੈਂਟ ਤੁਹਾਡੇ ਕੋਲ ਅਰੇਂਜ ਹੋਣੀ ਚਾਹੀਦੀ ਹੈ। ਕਿਉਂਕਿ ਕਈ ਸਟੂਡੈਂਟਸ ਕੀ ਕਰਦੇ ਨੇ, ਅੱਜ ਆਫਰ ਲੈਟਰ ਅਪਲਾਈ ਕਰਤਾ ਜੀ, 1.5 ਮਹੀਨੇ ਬਾਅਦ ਉਹ ਪੇਮੈਂਟ ਅਰੇਂਜ ਕਰਦੇ ਪਏ ਨੇ, ਜਾਂ 1.5 ਮਹੀਨੇ ਬਾਅਦ ਉਹ ਆਪਣੇ ਡਾਕੂਮੈਂਟ ਅਰੇਂਜ ਕਰਦੇ ਪਏ ਨੇ। ਫਿਰ ਉਹਨਾਂ ਨੂੰ ਇਨਟੇਕ ਮਿਲਣਾ ਤਾਂ ਬਹੁਤ ਮੁਸ਼ਕਿਲ ਹੋ ਜਾਂਦਾ, ਕਿਉਂਕਿ ਉਹ ਲੇਟ ਹੀ ਬਹੁਤ ਹੋ ਗਏ ਨੇ। ਜਦੋਂ ਤੁਸੀਂ ਆਪਣੀ ਪੇਮੈਂਟ, ਆਪਣੇ ਡਾਕੂਮੈਂਟਸ ਪੂਰੇ ਸੈਟਅਪ ਕਰ ਲਏ, ਉਦੋਂ ਤੁਸੀਂ ਸਲਾਹਕਾਰ ਕੋਲ ਆਪਣਾ ਆਫਰ ਅਪਲਾਈ ਕਰਨ ਜਾਓ। ਦੇਖੋ, 20% ਅੱਜ ਪੰਜਾਬ 'ਚ ਇਹ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਨੇ ਆਫਰ ਲੈਟਰ ਤਾਂ ਅਪਲਾਈ ਕੀਤੇ ਹੋਏ ਨੇ, ਬਟ ਹਾਲੇ ਤੱਕ ਆਪਣਾ ਵੀਜ਼ੇ ਦਾ ਪ੍ਰੋਸੈਸ ਨਹੀਂ ਸਟਾਰਟ ਕਰ ਸਕੇ। ਕਿਉਂ? ਕਿਉਂਕਿ ਸਿਰਫ ਇੱਕ ਬੱਚੇ ਦੀ ਜ਼ਿੱਦ ਹੁੰਦੀ ਹੈ ਕਿ ਤੁਸੀਂ ਮੇਰਾ ਵੀਜ਼ਾ ਅਪਲਾਈ ਕਰ ਦਿਓ ਜੀ ਛੇਤੀ ਛੇਤੀ। ਉਹ ਆਫਰ ਤਾਂ ਅਪਲਾਈ ਕਰ ਲੈਂਦੇ ਆ, ਬਟ ਕੀ ਹੁੰਦਾ, ਆਫਰ ਤੋਂ ਬਾਅਦ ਫਿਰ ਉਹਦੀ ਜਿਹੜੀ ਫਾਈਲ ਦੇ ਅੱਗੇ ਕੰਮ ਕਰਨਾ ਹੁੰਦਾ ਨਾ, ਉਹ ਕੰਮ ਲੇਟ ਹੋ ਜਾਂਦਾ। ਸੋ ਤੁਸੀਂ ਆਪਣਾ ਆਫਰ ਲੈਟਰ ਉਦੋਂ ਅਪਲਾਈ ਕਰੋ ਜਦੋਂ ਤੁਹਾਡੇ ਕੋਲ ਤੁਹਾਡੇ ਡਾਕੂਮੈਂਟ, ਤੁਹਾਡੀ ਪੇਮੈਂਟ ਪੂਰੀ ਅਰੇਂਜ ਹੋਵੇ। ਕਿਉਂਕਿ ਤੁਸੀਂ ਆਪਣਾ ਸਮਾਂ ਖਰਾਬ ਕਰਦੇ ਹੋ, ਇਨਟੇਕ ਖਰਾਬ ਕਰਦੇ ਹੋ, ਅੱਗੇ ਆਪਣੀ ਜਿਹੜੀ ਵੀ ਕੰਪਨੀ 'ਚ ਜਾ ਰਹੇ ਹੋ ਉਹਦੀ ਤੁਸੀਂ ਸਮੇਂ ਦੀ ਇੱਕ ਵੈਲਿਊ ਆ ਉਹਨੂੰ ਘਟਾ ਦਿੰਦੇ ਹੋ। ਸੋ ਇਹ ਚੀਜ਼ਾਂ ਤੁਹਾਨੂੰ ਦੇਖਣੀਆਂ ਪੈਣੀਆਂ। ਅੱਜ ਆਸਟ੍ਰੇਲੀਆ ਵੀਜ਼ਾ ਦੇ ਰਿਹਾ, ਆਸਟ੍ਰੇਲੀਆ ਦੇ ਵਿੱਚ ਫਾਈਲਾਂ ਬਹੁਤ ਘੱਟ ਲੱਗੀਆਂ ਹੋਈਆਂ ਨੇ। ਆਸਟ੍ਰੇਲੀਆ ਹਰ ਇੱਕ ਬੱਚੇ ਨੂੰ, ਹਰ ਇੱਕ ਪ੍ਰੋਫਾਈਲ ਨੂੰ ਵੀਜ਼ਾ ਦੇ ਰਿਹਾ, ਬਟ ਉਹਦੇ ਲਈ ਇੱਕ ਅੱਛਾ ਸਲਾਹਕਾਰ ਜਾਂ ਇੱਕ ਅੱਛੀ ਕੰਪਨੀ, ਅੱਛੇ ਲਾਇਰ ਹੀ ਤੁਹਾਨੂੰ ਵੀਜ਼ੇ ਦੇ ਮੁਕਾਮ ਤੱਕ ਪਹੁੰਚਾ ਸਕਦੇ ਨੇ। ਆਸਟ੍ਰੇਲੀਆ 5.5 ਬੈਂਡ ਤੋਂ ਲੈ ਕੇ 6.5 ਬੈਂਡ ਨੂੰ ਵੀ ਵੀਜ਼ਾ ਦੇ ਰਿਹਾ। ਤੁਹਾਡੇ ਕੋਲ ਗੈਪ ਆ, ਗੈਪ ਦੀ ਕੋਈ ਪ੍ਰੋਬਲਮ ਨਹੀਂ, ਉਹਦੀ ਜਸਟੀਫਿਕੇਸ਼ਨ ਦਿਓ। 2 ਸਾਲ ਆਸਟ੍ਰੇਲੀਆ ਵੀ ਬੰਦ ਰਿਹਾ, ਕਿਸੇ ਰੀਜ਼ਨ ਕਰਕੇ ਬੰਦ ਰਿਹਾ ਉਹ। ਜੇ ਤੁਹਾਡਾ 2 ਸਾਲ ਜਾਂ 4 ਸਾਲ ਦਾ ਗੈਪ ਆ, ਕਿਸੇ ਰੀਜ਼ਨ ਕਰਕੇ ਗੈਪ ਪਿਆ ਨਾ, ਸੋ ਆਸਟ੍ਰੇਲੀਆ ਨੂੰ ਵੀ ਪਤਾ ਵੀ ਮੈਂ 2 ਸਾਲ ਬੱਚੇ ਨੂੰ ਬੁਲਾਇਆ ਨਹੀਂ, ਕੋਈ ਪ੍ਰੋਬਲਮ ਆਈ ਸੀ ਤਾਂ ਨਹੀਂ ਬੁਲਾਇਆ ਉਹਨੇ। ਜੇ ਤੁਸੀਂ 4 ਸਾਲ ਜਾਂ 5 ਸਾਲ ਕੁਛ ਨਹੀਂ ਕੀਤਾ, ਕੋਈ ਪ੍ਰੋਬਲਮ ਆਈ ਆ, ਉਹਨੂੰ ਦੱਸੋ ਕਿਸ ਪ੍ਰੋਬਲਮ ਕਰਕੇ ਮੈਂ ਅੱਗੇ ਕੰਟੀਨਿਊ ਆਪਣੀ ਸਟੱਡੀ ਨਹੀਂ ਕਰ ਸਕਿਆ, ਤਾਂ ਇਹ ਮੇਰੀ ਪ੍ਰੋਬਲਮ ਆ। ਉਹ ਤੁਹਾਡੀ ਪ੍ਰੋਬਲਮ ਨੂੰ ਸਮਝੂਗਾ, ਕਿਉਂਕਿ ਫੀਲਿੰਗਸ ਹਰ ਇੱਕ ਪਰਸਨ ਕੋਲ ਨੇ। ਦੇਖੋ, ਕੋਈ ਵੀ ਕੰਟਰੀ ਆ, ਉਹ ਕੰਟਰੀ ਨੂੰ ਕੋਈ ਰੋਬੋਟ ਤਾਂ ਚਲਾ ਨਹੀਂ ਰਿਹਾ ਜੀ, ਉਹਨੂੰ ਵੀ ਇੱਕ ਇਨਸਾਨ ਚਲਾ ਰਿਹਾ, ਤਾਂ ਉੱਥੇ ਵੀ ਉਹਦੇ ਕੋਲ ਵੀ ਫੀਲਿੰਗ ਆ, ਤੁਹਾਡੇ ਕੋਲ ਵੀ ਫੀਲਿੰਗਾਂ ਨੇ। ਤੁਸੀਂ ਆਪਣੀ ਫੀਲਿੰਗ ਸ਼ੇਅਰ ਕਰੋ ਕਿ ਮੇਰੀ ਇਹ ਪ੍ਰੋਬਲਮ ਸੀ,
ਇਸ ਕਰਕੇ ਮੈਂ ਇਦਾਂ ਕੀਤਾ ਜਾਂ ਮੇਰਾ ਗੈਪ ਪੈ ਗਿਆ ਤਾਂ ਤੁਹਾਨੂੰ ਵੀਜ਼ਾ ਮਿਲ ਜੂਗਾ। ਜੇ ਤੁਸੀਂ ਸੋਚਦੇ ਹੋ ਕਿ ਗੈਪ ਨੂੰ ਇੱਕ ਜਾਲੀ ਆਪਣਾ ਐਕਸਪੀਰੀਅੰਸ ਜਾਂ ਡਿਗਰੀ ਡਿਪਲੋਮਾ ਲਾ ਕੇ ਅਸੀਂ ਕਵਰ ਕਰ ਲਈਏ, ਇੱਥੇ ਤੁਸੀਂ ਬਹੁਤ ਜ਼ਿਆਦਾ ਗਲਤ ਹੋ। ਜੀ ਸੋ ਜੋ ਚੀਜ਼ ਤੁਸੀਂ ਕੀਤੀ ਆ ਪਿਛਲੇ ਸਾਲਾਂ ਦੇ ਵਿੱਚ ਉਹਦਾ ਜਵਾਬ ਦਿਓ ਉਹਨਾਂ ਨੂੰ, ਉਹ ਤੁਹਾਨੂੰ ਵੀਜ਼ਾ ਦੇਣਗੇ। ਜਦੋਂ ਤੁਸੀਂ ਸੱਚ ਬੋਲੋਗੇ ਨਾ ਉਹਨਾਂ ਨੂੰ ਵੀ ਅਸੀਂ ਆਹ ਕੀਤਾ, ਤਾਂ ਉਹ ਕਹਿਣਗੇ ਕਿ ਵਾਕਈ ਜੈਨੂਇਨ ਸਟੂਡੈਂਟ ਇੱਕ ਸੱਚਾਈ ਦੱਸ ਰਿਹਾ। ਤੁਸੀਂ ਦੇਖੋ ਵਾਕਈ ਹੋਰ ਮੁਲਕਾਂ ਦੇ ਸਟੂਡੈਂਟ ਆ, ਉਹਨਾਂ ਦੇ ਵੀ ਗੈਪ ਹੁੰਦੇ ਨੇ, ਉਹ ਤਾਂ ਕੋਈ ਫੇਕ ਡਿਗਰੀ ਜਾਂ ਡਿਪਲੋਮੇ ਜਾਂ ਐਕਸਪੀਰੀਅੰਸ ਲਾਉਂਦੇ ਨਹੀਂ। ਅਗਲੇ ਦੱਸਦੇ ਆ ਕਿ ਸਰ ਦੇਖੋ ਅਸੀਂ ਇਹ ਪਾਸ ਆਊਟ ਕੀਤਾ, ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕੀਤਾ, ਇਹ ਪ੍ਰੋਬਲਮ ਸੀ ਜਾਂ ਆਪਣੀ ਲਾਈਫ ਨੂੰ ਇੰਜੋਏ ਕਰਦੇ ਪਏ ਸੀਗੇ, ਬਟ ਹੁਣ ਲੱਗਿਆ ਕਿ ਸਾਡਾ ਏਜ ਜਾਂ ਸਾਡਾ ਫਿਊਚਰ ਬ੍ਰਾਈਟ ਹੋਣਾ ਚਾਹੀਦਾ, ਇਸ ਕਰਕੇ ਅਸੀਂ ਅੱਗੇ ਅਪਲਾਈ ਕਰਦੇ ਪਏ ਆਪਣੀ ਐਜੂਕੇਸ਼ਨ ਦੇ ਲਈ। ਤਾਂ ਇਹ ਚੀਜ਼ਾਂ ਤੁਹਾਨੂੰ ਸਮਝਣੀਆਂ ਤੇ ਪਰਖਣੀਆਂ ਪੈਣੀਆਂ ਹੁੰਦੀਆਂ ਨੇ। ਸੋ ਇਹਦੇ ਨਾਲ ਹੀ ਤੁਹਾਡਾ ਵੀਜ਼ਾ ਆਂਦਾ, ਕਦੇ ਵੀ ਉਹ ਗੈਪ ਨੂੰ ਭਰਨ ਦੇ ਨਾਲ ਵੀਜ਼ਾ ਨਹੀਂ ਮਿਲਦਾ। ਰਿਐਲਿਟੀ ਦੱਸਣੀ ਪੈਂਦੀ ਹੈ, ਕੀ ਕੀਤਾ, ਕਿਵੇਂ ਵੀਜ਼ਾ ਲੈਣਾ ਚਾਹੁੰਦੇ ਹੋ, ਇਹ ਤੁਹਾਨੂੰ ਤੁਹਾਡਾ ਏਜੰਟ ਦੱਸ ਸਕਦਾ। ਅੱਛੇ ਸਲਾਹਕਾਰ ਚੁਣੋ ਜਿਹੜੇ ਤੁਹਾਨੂੰ ਵੀਜ਼ੇ ਦੇ ਮੁਕਾਮ ਤੱਕ ਪਹੁੰਚਾਉਣ। ਜੀ ਬਿਲਕੁਲ। ਸੋ ਬਾਕੀ ਤੁਹਾਡੇ ਸਾਰੇ ਸਵਾਲਾਂ ਨੂੰ ਕਲੀਅਰ ਕਰਨ ਦੀ ਪੂਰੀ ਕੋਸ਼ਿਸ਼ ਸਾਡੀ ਇਸ ਪ੍ਰੋਗਰਾਮ ਦੇ ਜ਼ਰੀਏ ਰਹਿੰਦੀ ਹੀ ਹੈ, ਤਾਂ ਕਿ ਜਿੰਨੇ ਵੀ ਸਟੂਡੈਂਟਸ ਵਿਦੇਸ਼ ਜਾਣਾ ਚਾਹੁੰਦੇ ਨੇ ਸਹੀ ਜਾਣਕਾਰੀ ਦੇ ਨਾਲ ਹੀ ਅੱਗੇ ਵਧਣ। ਜਿਵੇਂ ਅਸੀਂ ਦੇਖ ਰਹੇ ਹਾਂ ਕਿ ਇਮੀਗ੍ਰੇਸ਼ਨ ਇੰਡਸਟਰੀ ਮਾਰਕੀਟ ਹੈ, ਬਹੁਤ ਸਾਰੇ ਕਈ ਵਾਰੀ ਰਿਊਮਰਸ ਹੋ ਜਾਂਦੇ ਨੇ, ਕੋਈ ਕੰਸਲਟੈਂਟ ਕੀ ਦਾਅਵੇ ਕਰਦਾ, ਕੋਈ ਕੰਸਲਟੈਂਟ ਕੁਝ ਦਾਅਵੇ ਕਰਦਾ, ਪਰ ਇਸ ਸਭ ਦੇ ਵਿਚਕਾਰ ਸਟੂਡੈਂਟ ਕਨਫਿਊਜ਼ ਹੋ ਜਾਂਦਾ। ਸੋ ਤੁਹਾਡੀ ਹਰ ਤਰ੍ਹਾਂ ਦੀ ਕਨਫਿਊਜ਼ਨ ਨੂੰ ਦੂਰ ਕਰਨ ਲਈ ਹੀ ਅਸੀਂ ਇਹ ਸ਼ੋਅ ਲੈ ਕੇ ਆਉਂਦੇ ਹਾਂ, ਤਾਂ ਕਿ ਤੁਸੀਂ ਸਹੀ ਤੇ ਸਟੀਕ ਜਾਣਕਾਰੀ ਦੇ ਨਾਲ ਅੱਗੇ ਵਧੋ, ਜਾਣੋ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਹੀ ਤੁਸੀਂ ਕੀ ਡਿਸੀਜਨ ਲੈ ਸਕਦੇ ਹੋ, ਤੇ ਤਾਂ ਕਿ ਤੁਸੀਂ ਜਲਦੀ ਤੋਂ ਜਲਦੀ ਆਪਣਾ ਵੀਜ਼ਾ ਲਗਵਾ ਸਕੋ। ਸੋ ਜਿੱਥੇ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ, ਤਾਂ ਤੁਸੀਂ ਚਲੋ ਆਇਲਸ ਸਕੋਰ ਨੂੰ ਲੈ ਕੇ ਬਹੁਤ ਚੀਜ਼ਾਂ ਕਲੀਅਰ ਕੀਤੀਆਂ ਨੇ। ਮੈਂ ਗੈਪ ਨੂੰ ਲੈ ਕੇ ਵੀ ਸਵਾਲ ਜ਼ਰੂਰ ਕਰਨਾ ਚਾਹਾਂਗੀ। ਕਿੰਨੇ ਕੁ ਗੈਪ ਵਾਲਾ ਸਟੂਡੈਂਟ ਆਸਟ੍ਰੇਲੀਆ ਅਪਲਾਈ ਕਰ ਸਕਦਾ ਹੈ, ਕਿਉਂਕਿ ਪਰਸੈਂਟੇਜ ਵੀ ਬਹੁਤ ਮੈਟਰ ਕਰਦੀ ਹੈ, ਔਰ ਗ੍ਰੈਜੂਏਸ਼ਨ ਵਾਲੇ ਅਪਲਾਈ ਕਰਦੇ ਆ ਤਾਂ ਉਹਨਾਂ ਲਈ ਕੀ ਰਿਕੁਆਇਰਮੈਂਟਸ ਹੈ, ਅਗਰ ਮਾਸਟਰ ਡਿਗਰੀ ਵਾਲੇ ਅਪਲਾਈ ਕਰਦੇ ਉਹਨਾਂ ਲਈ ਕੀ ਰਿਕੁਆਇਰਮੈਂਟਸ ਹੈ? ਦੇਖੋ ਜ਼ਿਆਦਾਤਰ ਜਿਹੜੇ ਸਟੂਡੈਂਟ +2 ਪਾਸ ਕੀਤੇ ਨੇ, ਉਹਨਾਂ ਦੇ 50 ਤੋਂ 45% ਨੰਬਰ ਨੇ, ਉਹ ਅਪਲਾਈ ਕਰ ਸਕਦੇ ਨੇ ਆਪਣਾ ਵੀਜ਼ਾ। ਜੀ +2 ਵਾਲੇ ਤਾਂ ਜ਼ਿਆਦਾਤਰ ਸਾਲ ਜਾਂ 1.5 ਸਾਲ ਦਾ ਹੀ ਗੈਪ ਪੈਂਦਾ, ਕਿਉਂਕਿ ਆਇਲਸ ਦੇ ਵਿੱਚ ਬੈਂਡ ਸਕੋਰ ਲੈਣ ਦੇ ਚੱਕਰ 'ਚ ਇੰਨਾ ਗੈਪ ਵਧਾ ਲੈਂਦੇ ਆ, ਜਿਸ ਕਰਕੇ ਉਹ ਗੈਪ ਪ੍ਰੋਬਲਮ ਆ ਜਾਂਦੀ ਹੈ। ਜਦੋਂ ਇੱਕ ਕੰਟਰੀ ਦੇਖ ਰਹੀ ਹੈ ਕਿ ਤੁਸੀਂ 1 ਸਾਲ ਜਾਂ 1.5 ਸਾਲ 'ਚ ਬੈਂਡ ਸਕੋਰ ਹੀ ਨਹੀਂ ਲੈ ਸਕੇ, ਤਾਂ ਤੁਸੀਂ ਕੀ ਕੀਤਾ? ਬਿਲਕੁਲ ਜੀ, ਤੁਸੀਂ 1 ਵਾਰ ਜਾਂ 2 ਵਾਰ ਐਗਜ਼ਾਮ ਦਿਓ, ਜੋ ਬੈਂਡ ਸਕੋਰ ਆਏ ਅਗਲੇ ਨੂੰ ਦੇ ਦਿਓ। ਕਿਉਂਕਿ ਆਸਟ੍ਰੇਲੀਆ ਦੇ ਵਿੱਚ ਐਲੀ ਕੋਰਸ ਚੱਲਦਾ, ਤੁਹਾਡੀ ਇੰਡੀਆ ਦੇ ਵਿੱਚ ਲੈਂਗੁਏਜ ਕੰਫਰਟੇਬਲ ਨਹੀਂ ਹੋ ਰਹੀ, ਤੁਸੀਂ ਉੱਥੇ ਐਲੀ ਕੋਰਸ ਲੈ ਕੇ ਆਪਣੀ ਲੈਂਗੁਏਜ ਨੂੰ ਕੰਫਰਟੇਬਲ ਕਰ ਸਕਦੇ ਹੋ। ਕੈਨੇਡਾ 'ਚ ESL ਆ, UK ਦੇ ਵਿੱਚ EPP ਆ, ਯੂਰਪ ਜਾਂਦੇ ਹੋ, ਯੂਰਪ ਦੇ ਵਿੱਚ ਹਰ ਇੱਕ ਲੈਂਗੁਏਜ ਵੱਖਰੀ ਆ, ਤੁਸੀਂ ਉਹ ਲੈਂਗੁਏਜ ਕੋਰਸ ਲੈ ਕੇ ਉੱਥੇ ਕੰਫਰਟੇਬਲ ਹੋ ਸਕਦੇ ਹੋ। ਸੇ ਇਹ ਚੀਜ਼ਾਂ ਤੁਹਾਨੂੰ ਸਮਝਣੀਆਂ ਤੇ ਪਰਖਣੀਆਂ ਪੈਣੀਆਂ ਹੁੰਦੀਆਂ ਨੇ। ਹੁਣ ਜੇ ਗੱਲ ਕਰਦੇ ਆ ਬੈਚਲਰ ਵਾਲੇ ਦੀ, ਤਾਂ ਬੈਚਲਰ ਦਾ ਸਾਲ 2 ਸਾਲ ਜਾਂ 5 ਸਾਲ ਦਾ ਵੀ ਗੈਪ ਪੈ ਜਾਂਦਾ। ਉਹਨਾਂ ਨੂੰ ਦੱਸੋ ਕਿ ਤੁਸੀਂ 5 ਸਾਲ ਕੀ ਕੀਤਾ, ਪੜ੍ਹਾਈ ਕੀਤੀ ਆ, ਪੜ੍ਹਾਈ ਤੁਹਾਡੀ ਖਤਮ ਹੋ ਗਈ ਸੀ, ਉਸ ਤੋਂ ਬਾਅਦ ਕੀ ਤੁਹਾਡੀ ਮੈਰਿਜ ਹੋ ਗਈ ਆ, ਜਾਂ ਕੋਈ ਫੈਮਿਲੀ ਪ੍ਰੋਬਲਮ ਸੀ, ਤੁਸੀਂ ਨਹੀਂ ਕੋਈ ਜੌਬ ਕਰ ਸਕੇ ਆ, ਜਾਂ ਨਾ ਹੀ ਅੱਗੇ ਸਟੱਡੀ ਕਰ ਸਕੇ, ਆਪਣੀ ਦੱਸੋ। ਤੁਸੀਂ ਆਪਣੇ ਏਜੰਟ ਨੂੰ ਤਾਂ ਸੱਚ ਦੱਸ ਦਿੰਦੇ ਹੋ ਕਿ ਭਾਜੀ ਮੈਂ ਇਹ ਕੁਛ ਨਹੀਂ ਕੀਤਾ 5 ਸਾਲਾਂ 'ਚ, ਤਾਂ ਉਹ ਏਜੰਟ ਦਾ ਕੰਮ ਆ ਗਿਆ ਐਮਬੈਸੀ ਨੂੰ ਵੀ ਸੱਚ ਦੱਸਣਾ ਕਿ ਇਹਨੇ ਬੱਚੇ ਨੇ ਕੁਛ ਨਹੀਂ ਕੀਤਾ, ਉਮਰ ਬੀਤ ਗਈ ਆ, ਇਹਦੀ ਉਮਰ ਦਾ ਜਿਹੜਾ ਸੀਗਾ ਇੱਕ ਇੰਜੋਏ ਕਰਨ ਵਾਲੀ ਲਾਈਫ, ਉਹ ਇਹਦੀ ਖਤਮ ਹੋ ਗਈ ਆ। ਹੁਣ ਉਮਰ ਦੇ ਨਾਲ ਨਾਲ ਜ਼ਿੰਮੇਵਾਰੀਆਂ ਵਧਣ ਜਾ ਰਹੀਆਂ ਨੇ, ਜਿਹਦੇ ਕਰਕੇ ਸਟੂਡੈਂਟ ਅੱਜ ਜ਼ਿੰਦਗੀ ਦੇ ਵਿੱਚ ਸੈਟਲ ਹੋਣਾ ਚਾਹੁੰਦਾ। ਇੰਡੀਆ ਦੀ ਐਜੂਕੇਸ਼ਨ ਨੂੰ ਦੇਖਦੇ ਹੋਏ ਉਹਦਾ ਕੋਈ ਫਿਊਚਰ ਨਹੀਂ ਬਣਨਾ ਚਾਹੁੰਦਾ, ਇਸ ਕਰਕੇ ਉਹ ਹਾਈ ਡਿਗਰੀ ਲੈਣ ਦੇ ਲਈ ਜਾਂ ਅੱਛੀ ਐਜੂਕੇਸ਼ਨ ਲੈਣ ਦੇ ਲਈ ਉਹ ਤੁਹਾਡੀ ਕੰਟਰੀ ਦੇ ਵਿੱਚ ਆ ਰਿਹਾ, ਉਹ ਤੁਹਾਡੀ ਕੰਟਰੀ ਦੇ ਵਿੱਚ ਅੱਛੀ ਡਿਗਰੀ ਡਿਪਲੋਮਾ ਪੜ੍ਹ ਕੇ ਇੰਡੀਆ ਦੇ ਵਿੱਚ ਕੋਈ ਕਾਰੋਬਾਰ ਖੋਲ੍ਹਣਾ ਚਾਹੁੰਦਾ ਜਾਂ ਹਾਈ ਪ੍ਰੋਫਾਈਲਸ ਕੰਪਨੀਆਂ 'ਚ ਜੌਬ ਕਰਨਾ ਚਾਹੁੰਦਾ। ਜੀ ਬਿਲਕੁਲ, ਇਹ ਤੁਸੀਂ ਸਹੀ ਗੱਲ ਕਹੀ ਹੈ, ਕਿਉਂਕਿ ਅਸੀਂ ਦੇਖਿਆ ਕਿ ਜਿਨ੍ਹਾਂ ਕੰਸਲਟੈਂਟਸ ਦੇ ਥਰੂ ਫਾਈਲ ਲਗਾਈਆਂ ਹੈ ਉਹਨਾਂ ਨੇ ਸਹੀ ਤਰੀਕੇ ਨਾਲ ਫਾਈਲਿੰਗ ਨਹੀਂ ਕੀਤੀ, ਜਾਂ ਰਿਫਿਊਜ਼ਲ ਆਉਂਦਾ ਤਾਂ ਇੱਕੋ ਇੱਕ ਗੱਲ ਕਹਿੰਦੇ ਨੇ ਜੀ ਕੈਨੇਡਾ ਐਮਬੈਸੀ ਬਹੁਤ ਸਾਰਾ ਰਿਫਿਊਜ਼ਲ ਦੇ ਰਹੀ ਹੈ। ਪਰ ਅੱਜ ਦੇ ਸਮੇਂ ਵਿੱਚ ਹੀ ਜੇਕਰ ਅਸੀਂ ਰਿਫਿਊਜ਼ਲ ਦੇਖ ਰਹੇ ਹਾਂ ਤਾਂ ਜਿਹੜੇ ਚੰਗੇ ਕੰਸਲਟੈਂਟ ਨੇ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਡਾਕੂਮੈਂਟੇਸ਼ਨ ਕੀਤੀ ਹੈ, ਸਹੀ ਤਰੀਕੇ ਨਾਲ ਡਾਕੂਮੈਂਟਸ ਦੀ ਰਿਪਰੈਜ਼ੈਂਟੇਸ਼ਨ ਕੀਤੀ, ਉਹਨਾਂ ਦੇ ਸਕਸੈਸਫੁਲੀ ਵੀਜ਼ਾਸ ਵੀ ਆ ਰਹੇ ਨੇ। ਸੋ ਇਸ ਲਈ
ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਇੱਕ ਚੰਗੇ ਕੰਸਲਟੈਂਟ ਦੀ ਹੀ ਚੋਣ ਕਰੋ। ਪਿਛਲੇ ਲੱਗੇ ਵੀਜ਼ੇ ਦੇਖੋ, ਕਿਸ ਤਰ੍ਹਾਂ ਦੀ ਪ੍ਰੋਫਾਈਲ ਸੇ ਉਹਨਾਂ ਨੇ ਕੰਮ ਕੀਤਾ ਹੈ, ਕਿੰਨੇ ਸਮੇਂ ਤੋਂ ਕੰਮ ਕਰ ਰਹੇ ਨੇ। ਸੋ ਇਹ ਸਾਰਾ ਜੋੜ ਤੋੜ ਕਰਨ ਤੋਂ ਬਾਅਦ ਹੀ ਇੱਕ ਚੰਗੇ ਕੰਸਲਟੈਂਟ ਦੀ ਚੋਣ ਕਰਕੇ ਆਪਣਾ ਭਵਿੱਖ ਉਹਨਾਂ ਦੇ ਹੱਥ ਸੌਂਪਿਆ ਕਰੋ, ਕਿਉਂਕਿ ਵਿਦੇਸ਼ ਜਾਣਾ ਹੈ, ਤੁਸੀਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਬਾਰੇ ਸੋਚਦੇ ਹੋ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਇੱਕ ਰਿਸਰਚ ਵਰਕ ਕਰਿਆ ਕਰੋ ਆਪਣੇ ਕੰਸਲਟੈਂਟ ਨੂੰ ਵੀ ਲੈ ਕੇ। ਬਾਕੀ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਹੇ ਜੀ ਸਕਰੀਨ ਦੇ ਉੱਪਰ। ਹੈੱਡਕੁਆਰਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਦੀ ਟੀਮ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਅਤੇ ਚੰਗੀ ਸਲਾਹ ਲੈਣ ਦੇ ਲਈ ਤੁਸੀਂ ਇਹਨਾਂ ਦੇ ਪਟਿਆਲਾ ਆਫਿਸ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ ਤੇ ਇਸ ਨੰਬਰ ਦੇ ਉੱਪਰ WhatsApp ਵੀ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਤਾਂ ਕਿ ਸਹੀ ਡਿਸੀਜਨ ਤੁਸੀਂ ਲੈ ਸਕੋ। ਚਲੋ ਇਹ ਤਾਂ ਤੁਸੀਂ ਗੱਲ ਕਲੀਅਰ ਕਰ ਦਿੱਤੀ ਕਿ ਅਜਿਹਾ ਕੁਝ ਨਹੀਂ ਹੈ, ਸਟੂਡੈਂਟਸ ਅਪਲਾਈ ਕਰਨਗੇ, ਸਹੀ ਤਰੀਕੇ ਨਾਲ ਪ੍ਰੋਫਾਈਲ ਲੱਗੀ ਹੋਏਗੀ, ਡਾਕੂਮੈਂਟੇਸ਼ਨ ਹੋਈ ਹੋਏਗੀ ਤਾਂ ਸਕਸੈਸਫੁਲੀ ਵੀਜ਼ਾ ਵੀ ਆ ਰਿਹਾ ਹੈ। ਅਗਲਾ ਡਾਊਟ ਵੀ ਕਲੀਅਰ ਕਰ ਦਿੰਦੇ ਆ। ਸਟੂਡੈਂਟਸ ਦੇ ਮਨ ਵਿੱਚ ਇਹ ਵੀ ਬੜਾ ਵੱਡਾ ਸਵਾਲ ਹੈ ਕਿ SDS ਵਾਲਿਆਂ ਦੇ ਚੰਗੇ ਰਿਜ਼ਲਟ ਆ ਰਹੇ ਨੇ, ਨਾਨ SDS ਵਾਲਿਆਂ ਦੇ ਰਿਫਿਊਜ਼ਲ ਜ਼ਿਆਦਾ ਆ ਰਹੇ ਨੇ। ਇਹ ਵੀ ਜ਼ਰੂਰ ਕਲੀਅਰ ਕਰੋ ਤਾਂ ਕਿ ਸਟੂਡੈਂਟਸ ਹਰ ਗੱਲ ਤੋਂ ਬੇਫਿਕਰ ਹੋ ਕੇ ਸਹੀ ਢੰਗ ਨਾਲ ਅਪਲਾਈ ਕਰਨ। ਦੇਖੋ SDS ਐਂਡ ਨਾਨ SDS ਇਹਦੇ ਵਿੱਚ ਡਿਫਰੈਂਸ ਕੁਝ ਨਹੀਂ ਆ। SDS ਦਾ ਵੀਜ਼ਾ ਪਾਸਪੋਰਟ ਤੇ ਸਟੈਂਪ ਹੁੰਦਾ, ਨਾਨ SDS ਦਾ ਵੀ ਵੀਜ਼ਾ ਪਾਸਪੋਰਟ ਤੇ ਸਟੈਂਪ ਹੁੰਦਾ। ਬੱਚਾ ਪੜਦਾ ਵੀ SDS ਵਾਲਾ ਕਾਲਜ ਚ ਤੇ ਨਾਨ ਵਾਲਾ ਵੀ SDS ਜਿਹੜਾ ਹੈਗਾ ਸਟੂਡੈਂਟ ਸਾਰੇ ਕਾਲਜ 'ਚ ਹੀ ਪੜ੍ਹਦੇ ਹੁੰਦੇ ਨੇ। ਉਹ ਜਾਂਦੇ ਵੀ ਕੈਨੇਡਾ ਦੇ ਵਿੱਚ ਇੱਕੋ ਹੀ ਜਹਾਜ਼ 'ਚ ਜਾਂਦੇ ਨੇ, ਸਾਰਾ ਕੁਝ ਸੇਮ ਹੁੰਦਾ। ਬਟ ਕੈਨੇਡਾ ਗਵਰਨਮੈਂਟ, ਕੈਨੇਡਾ ਅੰਬੈਸੀ ਨੇ ਵੀਜ਼ੇ ਨੂੰ ਜਾਂ ਫਾਈਲਾਂ ਨੂੰ ਚੈੱਕ ਕਰਨ ਦੇ ਲਈ ਇੱਕ ਸਿਸਟਮ ਬਣਾਇਆ ਗਿਆ ਸੀਗਾ ਵੀ ਗੈਪ ਵਾਲੀ ਫਾਈਲਾਂ, ਘੱਟ ਪਰਸੈਂਟ ਵਾਲੀਆਂ, ਘੱਟ ਬੈਂਡ ਵਾਲੀਆਂ ਫਾਈਲਾਂ ਇਸ ਕੈਟਾਗਰੀ 'ਚ ਲਾਓ, ਬਿਨਾ ਗੈਪ ਤੋਂ, ਬਿਨਾ ਲੋ ਪਰਸੈਂਟ ਤੋਂ ਅੱਛੀ ਬੈਂਡ ਸਕੋਰ ਵਾਲੀ ਫਾਈਲਾਂ ਤੁਸੀਂ ਇਸ ਕੈਟਾਗਰੀਜ਼ 'ਚ ਬਣਾਓ। ਉਹ ਕੈਟਾਗਰੀਜ਼ ਬਣਾਈਆਂ ਗਈਆਂ ਨੇ ਕਿਉਂਕਿ ਉਹਨਾਂ ਨੇ ਸਿਸਟਮ ਦੇ ਨਾਲ ਕੰਮ ਕਰਨਾ, ਉਹਨਾਂ ਨੇ ਅੱਛਾ ਕੰਮ ਕਰਨਾ, ਜਿਸ ਕਰਕੇ ਆਪਾਂ ਕੈਟਾਗਰੀਜ਼ ਬਣਾ ਦਿੰਦੇ ਆ। ਅੱਜ ਆਪਾਂ ਕਿਸੇ ਆਪਣਾ ਗੁਰਦੁਆਰੇ ਜਾਂ ਮੰਦਿਰ 'ਚ ਵੀ ਜਾਂਦੇ ਹਾਂ, ਉੱਥੇ ਵੀ 2 ਲਾਈਨਾਂ ਬਣੀਆਂ ਹੁੰਦੀਆਂ। ਸੋ ਐਦਾਂ ਹੀ ਇਹ 2 ਲਾਈਨਾਂ ਨੇ ਵੀਜ਼ੇ ਦੀਆਂ, SDS ਐਂਡ ਨਾਨ SDS। ਫਾਈਲਾਂ ਨੂੰ ਇੱਧਰ ਲਾਣਾ, ਫਾਈਲ ਨੂੰ ਉੱਧਰ ਲਾਣਾ ਅਕੋਰਡਿੰਗ ਟੂ ਪ੍ਰੋਫਾਈਲ। ਸੋ ਇਸ ਕਰਕੇ ਅਗਲਿਆਂ ਨੇ ਕੈਟਾਗਰੀਜ਼ ਬਣਾਤੀਆਂ ਨੇ। ਹੁਣ ਬੱਚੇ ਦੇਖਦੇ ਨੇ ਕਿ SDS ਦਾ ਵੀਜ਼ਾ ਜ਼ਿਆਦਾ ਆਂਦਾ ਬਟ ਨਾਨ ਦਾ ਜ਼ਿਆਦਾ ਨਹੀਂ ਆਂਦਾ। ਫਿਲਹਾਲ ਅੱਜ ਦੇ ਸਮੇਂ ਦੇ ਵਿੱਚ ਨਾਨ SDS ਦਾ ਵੀਜ਼ਾ ਜ਼ਿਆਦਾ ਆ ਰਿਹਾ, SDS ਦਾ ਵੀਜ਼ਾ ਘੱਟ ਆ ਰਿਹਾ। ਕਾਰਨ ਕੀ ਆ? ਕਾਰਨ ਇਹ ਆ ਕਿ ਜਿਹੜਾ SDS ਬੱਚਾ ਉਹਨੇ ਸੋਚ ਲਿਆ ਇੰਨੇ ਬੈਂਡ ਆ ਜੀ, ਵੀਜ਼ਾ ਤਾਂ ਮੇਰਾ ਆ ਜਾਊਗਾ। ਸੋ ਅਗਲਾ ਆਪਣੀ ਅਕੋਰਡਿੰਗ ਦੱਸਦਾ ਜੀ ਮੈਂ ਇਸ ਕਾਲਜ ਦੇ ਵਿੱਚ ਇਹ ਥਾਂ ਤੇ ਜਾਣਾ, ਤੁਸੀਂ ਇਹ ਮੈਨੂੰ ਚੀਜ਼ਾਂ ਦੇ ਦੋਗੇ। ਹੁਣ ਜਿਹੜਾ ਸੇਲਮੈਨ ਹੋਊਗਾ, ਜਿਹੜੀ ਕੰਪਨੀ ਨੇ ਸਿਰਫ ਸੇਲ ਕਰਨੀ ਆ, ਉਹਨੇ ਉਹ ਕਾਲਜ ਦੇ ਦੂਗਾ, ਉਹਦਾ ਆਫਰ ਲੈਟਰ ਦੇ ਦੂਗਾ, ਉਹਦੀ ਕੈਂਪਸ ਦੇ ਦੂਗਾ ਕਿਉਂਕਿ ਉਹਨੇ ਤਾਂ ਸੇਲ ਕਰਨਾ ਜੀ, ਉਸ ਅਕੋਰਡਿੰਗ ਬੱਚੇ ਨੂੰ ਦੇ ਦਿੰਦਾ। ਬਟ ਜਿਹੜੇ ਏਜੰਟ, ਜਿਹੜੀ ਕੰਪਨੀ ਨੇ ਵੀਜ਼ਾ ਦੇਣਾ, ਉਹ ਕਹੂਗਾ ਕਿ ਸੌਰੀ ਇਹ ਚੀਜ਼ ਤੈਨੂੰ ਮਿਲਣੀ ਨਹੀਂ। ਕਿਉਂ? ਕਿਉਂਕਿ ਤੇਰਾ ਇੱਥੋਂ ਵੀਜ਼ਾ ਨਹੀਂ ਆਉਣਾ। ਸੋ ਇਸ ਕਰਕੇ ਇਹ ਚੀਜ਼ਾਂ ਦੇਖਣ ਤੇ ਸਮਝਣੀਆਂ ਪੈਣੀਆਂ ਨੇ। ਹੁਣ ਇੱਕ ਕੰਪਨੀ ਆ ਜਿਹਦੇ ਕੋਲ ਇੱਕੋ ਹੀ ਕੰਟਰੀ ਆ ਜੀ, ਜਿਹੜੇ ਬੱਚੇ ਨੂੰ ਸਿਰਫ ਆਸਟ੍ਰੇਲੀਆ ਹੀ ਭੇਜ ਸਕਦੇ ਨੇ, ਉਹ ਕੰਪਨੀ ਦਾ ਕਹੋਗੇ ਜੀ ਆਸਟ੍ਰੇਲੀਆ ਹੀ ਵੀਜ਼ਾ ਦਿੰਦਾ, ਬਾਕੀ ਕੰਟਰੀਆਂ ਵੀਜ਼ਾ ਨਹੀਂ ਦਿੰਦੀਆਂ। ਸੋ ਹੈੱਡਕੁਆਰਟਰ ਆਫ ਇਮੀਗ੍ਰੇਸ਼ਨ ਕੋਲ ਪੂਰੀ ਓਵਰਆਲ ਵਰਲਡ ਦੇ ਵਿੱਚ ਜਿੱਥੇ ਵੀ ਸਟੂਡੈਂਟ ਜਾਣਾ ਚਾਹੁੰਦਾ ਸੀ ਭੇਜਦੇ ਆ ਜੀ। ਜਿਹੜੇ ਬੱਚੇ ਨੇ ਯੂਰਪ ਜਾਣਾ ਉਹਨੂੰ ਯੂਰਪ ਭੇਜੀਦਾ ਜੀ, ਜਿਹਨੇ UK ਜਾਣਾ ਉਹਨੂੰ UK ਭੇਜੀਦਾ, ਜਿਹਨੇ US, ਆਸਟ੍ਰੇਲੀਆ, ਕੈਨੇਡਾ ਜਾਣਾ ਉਹਨੂੰ ਉੱਥੇ ਵੀ ਭੇਜਦੇ ਹੁੰਦੇ ਆ ਸਭ। ਬਟ ਸਾਡਾ ਕੰਮ ਆ ਵੀਜ਼ਾ ਲਗਵਾਉਣਾ। ਸੋ ਤੁਸੀਂ ਜਿਸ ਮੁਲਕ ਦਾ ਪੜ੍ਹਾਈ ਦਾ ਵੀਜ਼ਾ ਲਗਵਾਉਣਾ ਚਾਹੁੰਦੇ ਹੋ, ਮੈਨੂੰ ਕੰਟੈਕਟ ਕਰੋ, ਮੈਂ ਤੁਹਾਨੂੰ ਉਸ ਕੰਟਰੀ ਦਾ ਵੀਜ਼ਾ ਲੈ ਕੇ ਦਊਂਗਾ। ਬਟ ਵੀਜ਼ਾ ਲੈਣ ਦੇ ਲਈ ਫਾਈਲ ਨੂੰ ਰੀਪ੍ਰੈਜ਼ੈਂਟ ਕਰਨਾ ਪੈਂਦਾ, ਫਾਈਲ ਦੇ ਉੱਤੇ ਅੱਛੇ ਤਰੀਕੇ ਨਾਲ ਕੰਮ ਕਰਨਾ ਪੈਂਦਾ। ਜਦੋਂ ਅੱਛੇ ਤਰੀਕੇ ਨਾਲ ਫਾਈਲ ਤੇ ਕੰਮ ਕੀਤਾ ਹੋਊਗਾ ਤਾਂ ਵੀਜ਼ਾ ਮਿਲੂਗਾ। ਜੇ ਤੁਸੀਂ ਸਿਰਫ ਫਾਈਲ ਦੇ ਵਿੱਚ ਡਾਕੂਮੈਂਟ ਹੀ ਸੈਟਅਪ ਕਰਕੇ ਲਾਏ ਆ, ਉਹ ਫਾਈਲ ਦਾ ਵੀਜ਼ਾ ਕਦੇ ਨਹੀਂ ਆਉਂਦਾ, ਉਹ ਸਿਰਫ ਇੱਕ ਡਾਕੂਮੈਂਟ ਹੋ ਗਏ। ਬਟ ਰੀਪ੍ਰੈਜ਼ੈਂਟ ਜ਼ਰੂਰੀ ਹੁੰਦੀ ਹੈ, SOP ਰੀਪ੍ਰੈਜ਼ੈਂਟ ਦੇਖਣੀ ਪੈਂਦੀ ਆ, ਕਾਲਜ ਐਂਡ ਕੋਰਸ ਦੀ ਚੋਣ ਕਰਨੀ ਪੈਂਦੀ ਹੁੰਦੀ ਆ, ਕਿਹੜੀ ਥਾਂ ਦੇ ਵਿੱਚ ਵੀਜ਼ੇ ਜ਼ਿਆਦਾ ਅਪਲਾਈ ਹੋਏ ਨੇ, ਕਿਹੜੀ ਥਾਂ ਤੇ ਵੀਜ਼ੇ ਘੱਟ ਅਪਲਾਈ ਹੋਏ ਨੇ, ਕਿਹੜੇ ਬੱਚੇ ਨੂੰ ਕਿਹੜੀ ਥਾਂ ਤੋਂ ਛੇਤੀ ਵੀਜ਼ਾ ਮਿਲੂਗਾ, ਕਿਹੜੀ ਥਾਂ ਤੋਂ ਉਹਨੂੰ ਰਿਫਿਊਜ਼ਲ ਮਿਲੂਗੀ। ਇਹ ਚੀਜ਼ਾਂ ਦੇ ਲਈ ਪੂਰੀ ਵੈਰੀਫਿਕੇਸ਼ਨ ਕੀਤੀ ਜਾਂਦੀ ਆ, ਪ੍ਰੋਪਰ ਤਰੀਕੇ ਨਾਲ ਅਸੈਸਮੈਂਟ ਹੁੰਦੀ ਆ। ਹੈੱਡਕੁਆਰਟਰ ਦੇ ਇਮੀਗ੍ਰੇਸ਼ਨ ਲਾਇਰਸ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਨੇ, ਉਹਨਾਂ ਦੀ ਕੈਂਡੀਡੇਟ 8 ਨੂੰ 10 ਬੰਦਿਆਂ ਦੀ ਟੀਮ ਆ ਜਿਹੜੀ ਇੱਕ ਫਾਈਲ ਦੇ ਉੱਤੇ ਕੰਮ ਕਰਦੀ ਪਈ ਆ। ਸੋ ਇੰਨੇ ਬੰਦੇ ਇੱਕ ਫਾਈਲ ਤੇ ਕੰਮ ਕਰ ਰਹੇ ਨੇ ਤਾਂ ਤੁਸੀਂ ਲਾਓ ਤਾਂ ਵੀਜ਼ੇ ਦੇ ਮੁਕਾਮ ਤੱਕ ਤਾਂ ਪਹੁੰਚਣਾ ਹੀ ਆ, ਸਾਡੀ ਕੰਪਨੀ ਦੇ ਸਟੂਡੈਂਟਸ ਨੇ। ਸੋ ਇਹ ਚੀਜ਼ਾਂ ਨੂੰ ਦੇਖਣਾ, ਸਮਝਣਾ, ਪਰਖਣਾ ਪੈਂਦਾ। ਕੈਨੇਡਾ ਬੰਦ ਨਹੀਂ ਹੋਇਆ, ਸਾਡੇ ਹੁਣ ਵੀ ਕੈਨੇਡਾ ਦੇ ਵੀਜ਼ੇ ਆਏ ਨੇ। ਪਿਛਲੇ ਵੀਕ ਤੁਸੀਂ
ਚੈੱਕ ਕਰ ਸਕਦੇ ਹੋ ਸਾਡੇ ਪੇਜ ਤੇ ਜਾ ਕੇ। ਜੀ 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 ਬਿਲਕੁਲ। ਸੋ ਇਹਨਾਂ ਸਭ ਚੀਜ਼ਾਂ ਦਾ ਧਿਆਨ ਰੱਖ ਕੇ ਹੀ ਅਪਲਾਈ ਕਰੋ ਤਾਂ ਕਿ ਸਹੀ ਤਰੀਕੇ ਨਾਲ ਤੁਸੀਂ ਆਪਣਾ ਸਟੱਡੀ ਵੀਜ਼ਾ ਹਾਸਲ ਕਰ ਸਕੋ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਸਾਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੇ ਕਰਨ ਲਈ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।